ਵਾਹਿਗੁਰੂ ਜੀ। ਸਾਰੰਗ ਮਹਿਲਾ ਪੰਜਵਾਂ। ਰੇ ਪਾਪੀ ਤੈਂ ਕਵਨ ਕੀ ਮਤ ਲੀਨ, ਨਿਮਖ ਘਰੀ ਨਾ ਸਿਮਰ ਸੁਆਮੀ। ਜਿਉ ਪਿੰਡ ਜਿਨ ਦੀਨ। ਰੇ ਪਾਪੀ ਤੈਂ ਕਵਨ ਕੀ ਮਤ ਲੀਨਾ, ਨਿਮਖ ਘਰੀ ਨਾ ਸਿਮਰ ਸੁਆਮੀ। ਜਿਉ ਪਿੰਡ ਜਿਨ ਦੀਨ। ਰਹਾਉ ਖਾਤ ਪੀਵਤ ਸਵੰਤ ਸੁਖੀਆ, ਨਾਮ ਸਿਮਰਤ ਖੀਨਾ। ਗਰਭ ਉਦਰ ਬਿਲ ਲਾਟ ਕਰਤਾ, ਤਹਾਂ ਹੋਵਤ ਦੀਨ। ਮਹਾ ਮਾਦ ਬਿਕਾਰ ਬਾਦਾ, ਅਨੇਕ ਜੋਨ ਪਰ ਭੀਨ। ਗੋਬਿੰਦ ਬਿਸਰੇ ਕਵਨ ਦੁਖ ਗਨੀਐ, ਸੁਖ ਨਾਨਕ ਹਰਿ ਪਦ ਚੀਨ। ਮਹਾ ਮਾਦ ਬਿਕਾਰ ਬਾਦਾ, ਅਨੇਕ ਜੋਨ ਪਰਮੀਨ। ਗੋਬਿੰਦ ਬਿਸਰੇ ਕਵਨ ਦੁਖ ਗਨੀਐ, ਸੁਖ ਨਾਨਕ ਹਰਿ ਪਦ ਚੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਸੁੱਖਾਂ ਦੇ ਦਾਤੇ ਸਤਿਗੁਰੂ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੇ। ਪਰਮ ਸਤਿਕਾਰਯੋਗ ਵਡਭਾਗੀ ਗੁਰਮੁਖ ਸਤਸੰਗੀ ਜਨੋ, ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਕੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਜੋ ਆਪ ਜੀ ਹਰ ਰੋਜ਼ ਸੁਣਦੇ ਹੋ, ਉਸ ਦੇ ਨਾਲ ਸੰਬੰਧਿਤ ਸਤਿਗੁਰੂ ਜੀ ਦੇ ਇਹ ਪਾਵਨ ਬਚਨ ਸਾਰੰਗ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਪਰਮਾਤਮਾ ਨੇ ਮਨੁੱਖਾ ਜ਼ਿੰਦਗੀ ਜੋ ਬਣਾਈ ਹੈ ਬੜੀ ਦੁਰਲਭ ਹੈ, ਜਿੱਥੇ ਸਰੀਰ ਦੀ ਬਣਤਰ ਬੜੀ ਅਨੂਠੀ ਹੈ, ਬੜੀ ਅਚਰਜ ਹੈ। ਦੇਖਣ ਲਈ ਅੱਖਾਂ ਦਿੱਤੀਆਂ ਨੇ, ਸੁਣਨ ਲਈ ਕੰਨ ਦਿੱਤੇ ਨੇ, ਬੋਲਣ ਲਈ ਜਿਹਵਾ ਦਿੱਤੀ ਹੈ, ਹੱਥ ਪੈਰ ਦਿੱਤੇ ਨੇ। ਉੱਥੇ ਸਾਡਾ ਜਿਹੜਾ ਅੰਤਹਿਕਰਨ ਹੈ, ਜਿਹਨੂੰ ਆਪਾਂ ਅੰਦਰੂਨੀ ਇੰਦਰਾ ਕਹਿੰਦੇ ਹਾਂ, ਉਹਦੇ 4 ਭਾਗ ਨੇ: ਸੁਰਤ, ਮਤ, ਮਨ, ਬੁੱਧ। ਮਨ ਜੋ ਸਾਡੀ ਜ਼ਿੰਦਗੀ ਦਾ ਡਰਾਈਵਰ ਹੈ, ਜਿਹਦੇ ਅਧੀਨ ਸਾਡੀ ਜ਼ਿੰਦਗੀ ਚੱਲਦੀ ਹੈ। ਮਨ ਨੇ ਪ੍ਰੇਰਿਤ ਹੋਣਾ ਹੈ ਮਤ ਤੋਂ। ਜਿੱਦਾਂ ਦੀ ਮਤ ਹੋਏਗੀ ਉਦਾਂ ਦਾ ਹੀ ਮਨ ਕੰਮ ਕਰੇਗਾ, ਜਿਹਨੂੰ ਆਪਾਂ ਅਕਲ ਵੀ ਕਹਿ ਦਿੰਦੇ ਹਾਂ। ਜਿਉਂ-ਜਿਉਂ ਮਨੁੱਖ ਜਿਹੋ ਜੀ ਸੁਸਾਇਟੀ 'ਚ, ਜਿਹੋ ਜੀ ਸੰਗਤ ਵਿੱਚ ਵਿਚਰਦਾ ਹੈ, ਉਹ ਜੀ ਮਨੁੱਖ ਦੀ ਮਤ ਬਣਦੀ ਜਾਂਦੀ ਹੈ। ਇੱਕ ਮਨ ਦਾ ਸੁਭਾਅ ਹੈ ਕਿ ਇਹ ਨੀਵੀਂ ਮਤ ਵੱਲ ਨੂੰ ਬੜੀ ਜਲਦੀ ਜਾਂਦਾ ਹੈ, ਕਿਉਂਕਿ ਉੱਚੇ ਪਾਸੇ ਜਾਣਾ ਔਖਾ ਹੈ। ਅਸੀਂ ਵੀ ਦੁਨਿਆਵੀ ਤੌਰ 'ਤੇ ਪਹਾੜੀ ਚੜ੍ਹਨੀ ਹੋਏ ਤੇ ਔਖੀ ਲੱਗਦੀ ਹੈ। ਪਹਾੜੀ ਤੋਂ ਉਤਰਨਾ ਸੌਖਾ ਲੱਗਦਾ, ਪਹਾੜੀ 'ਤੇ ਚੜ੍ਹਨਾ ਔਖਾ ਲੱਗਦਾ। ਜ਼ਿੰਦਗੀ 'ਚ ਤੁਸੀਂ ਕੋਈ ਉੱਚਾ ਰੁਤਬਾ ਲੈਣਾ, ਉਹਦੇ ਲਈ ਤੁਹਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ, ਟਾਈਮ ਵੀ ਲੱਗਦਾ ਹੈ, ਪੈਸਾ ਵੀ ਲੱਗਦਾ ਹੈ। ਬੱਚੇ ਡਾਕਟਰ ਬਣਦੇ ਨੇ, ਇੰਜੀਨੀਅਰ ਬਣਦੇ ਨੇ, ਬੜੀ ਮਿਹਨਤ ਕਰਨੀ ਪੈਂਦੀ ਹੈ। ਜਿਹਨੇ ਕੁਝ ਵੀ ਨਹੀਂ ਬਣਨਾ, ਉਹਨੂੰ ਕੀ ਕੁਝ ਕਰਨ ਦੀ ਲੋੜ ਹੈ? ਵਿਹਲਾ ਬੈਠਾ ਰਹੇ, ਕੁਝ ਵੀ ਨਹੀਂ, ਆਪਣੇ ਆਪ ਹੀ ਰਹੇਗਾ। ਸਿਆਣੇ ਬਣਨ ਲਈ ਤੇ ਸਾਨੂੰ ਯਤਨ ਕਰਨਾ ਪੈਂਦਾ ਹੈ।
ਪਰ ਮੂਰਖ ਬਣ ਲਈ ਤੇ ਕਦੀ ਕੋਈ ਯਤਨ ਨਹੀਂ ਨਾ ਕਰਨਾ ਪੈਂਦਾ, ਉਹ ਤੇ ਹੈ ਹੀ। ਆਪਾਂ ਜ਼ਿਮੀਂਦਾਰ ਨੇ ਵਧੀਆ ਫਸਲ ਲੈਣੀ ਹੈ, ਬੜੀ ਮਿਹਨਤ ਕਰਨੀ ਪੈਂਦੀ, ਐਵੇਂ ਫਸਲ ਨਹੀਂ ਹੋ ਜਾਂਦੀ। ਪਰ ਜੇ ਉਹਨੇ ਨਹੀਂ ਕੁਝ ਵੀ ਲੈਣਾ, ਬੈਠਾ ਰਹੇ ਘਰੇ, ਐਵੇਂ ਆਵਾਗੌਣ ਬੂਟੀਆਂ ਪੈਲੀਆਂ ਦੇ ਵਿੱਚ ਉਗ ਪੈਣਗੀਆਂ, ਉਗਦੀਆਂ ਹੀ ਨੇ। ਜ਼ਿੰਦਗੀ ਦੇ ਅੰਦਰ ਮਨ ਜਿਹੜਾ ਹੈ ਉਹ ਨੀਵੇਂ ਪਾਸੇ ਜਾਣ ਲਈ ਬੜਾ ਉਤਾਵਲਾ ਰਹਿੰਦਾ। ਮਨ ਨੂੰ ਚੰਗੇ ਪਾਸੇ ਲਗਾਉਣਾ ਪੈਂਦਾ ਹੈ, ਮੱਤ ਚੰਗੀ ਲੈਣੀ ਪੈਂਦੀ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਥਾਂ ਥਾਂ ਤੇ ਸਾਨੂੰ ਪ੍ਰੇਰਣਾ ਕੀਤੀ, ਗੁਰ ਕੀ ਮੱਤ ਤੂੰ ਲੈ ਆਨੇ, ਉਹ ਮਨਾ ਤੂੰ ਨਿਆਣਾ ਹੀ ਹੈ, ਮੱਤ ਗੁਰੂ ਕੀ ਲੈ, ਆਪਣੀ ਮੱਤ ਨਾ ਵਰਤ। ਜਦੋਂ ਅਸੀਂ ਆਪਣੀ ਮੱਤ ਵਰਤਦੇ, ਪਰਮਾਤਮਾ ਤੇ ਮਨੁੱਖ ਤੋਂ ਦੂਰ ਨਹੀਂ ਹੈ ਕਿਤੇ, ਪਰਮਾਤਮਾ ਇਸੇ ਜਗਤ ਵਿੱਚ ਹੈ। ਪਰਮਾਤਮਾ ਸਾਨੂੰ ਨਜ਼ਰ ਕਿਉਂ ਨਹੀਂ ਆਉਂਦਾ? ਅਸੀਂ ਜ਼ਿੰਦਗੀ ਅੰਦਰ ਦੁਖੀ ਕਿਉਂ ਹਾਂ? ਦੁਖੀ ਇਸ ਕਰਕੇ ਕਿ ਅਸੀਂ ਪਰਮਾਤਮਾ ਨਾਲੋਂ ਹੀ ਟੁੱਟ ਗਏ, ਸਾਨੂੰ ਪਰਮਾਤਮਾ ਨਜ਼ਰ ਨਹੀਂ ਆਉਂਦਾ। ਨਜ਼ਰ ਨਾ ਆਉਣ ਦਾ ਕਾਰਨ ਇਹ ਹੈ ਕਿ ਸਾਡੀ ਮੱਤ ਹੀ ਨੀਵੀਂ ਹੈ, ਮੱਤ ਹੀ ਮੈਲੀ ਹੈ। ਸਤਿਗੁਰੂ ਜੀ ਕਹਿੰਦੇ ਜੇ ਕਿਤੇ ਮਨ ਆਪਣੀ ਮੱਤ ਤਿਆਗ ਦੇਵੇ ਨਾ, ਤੇ ਹਰ ਥਾਂ ਤੇ ਹੀ ਉਹਨੂੰ ਰੱਬ ਦੇ ਦੀਦਾਰ ਹੋ ਜਾਣਗੇ। ਤੇ ਅੱਗੇ ਮਨ ਕੀ ਮੱਤੜੀ ਵਿਸਾਰੇ ਦੂਜਾ ਭਾਉ ਜੀਓ, ਇਉਂ ਪਾਵੇਂ ਹਰ ਦਰਸਾਵੜਾ ਨੇ ਲੱਗੇ ਤਤੀ ਵਾਓ ਜੀਓ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਹੈ, ਮਨ ਰੇ ਕੌਣ ਕੋ ਮਤ ਤੈਂ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਉਹ ਮਨਾ ਕਿੱਥੋਂ ਖੋਟੀ ਮਤ ਤੂੰ ਲੈ ਲਈ ਹੈ? ਤੂੰ ਪਰ ਧਨ ਪਰ ਰੂਪ ਨੂੰ ਹੀ ਦੇਖਦਾ ਰਹਿੰਦਾ, ਤੇਰੀ ਸੁਰਤ ਇੱਧਰ ਹੀ ਲੱਗੀ ਰਹਿੰਦੀ ਹੈ। ਜ਼ਿੰਦਗੀ 'ਚ ਕਦੀ ਪਰਮਾਤਮਾ ਵਾਲੇ ਬੰਨੇ ਤੂੰ ਲੱਗਿਆ ਹੀ ਨਹੀਂ, ਚੰਗੇ ਕਰਮ ਕਰਨ ਵਾਲੇ ਬੰਨੇ ਲੱਗਿਆ ਹੀ ਨਹੀਂ। ਮੁਗਤ ਪੰਥ ਜਾਣਿਓ ਤੈ ਨਾਹਨ, ਧਨ ਜੋਰਨ ਕੋ ਤਾਇਆ, ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਦਾਇਆ। ਮੁਗਤ ਪੰਥ ਦਾ ਅਰਥ ਹੈ ਕਿ ਉਹ ਰਸਤਾ, ਉਹ ਤਰੀਕਾ ਜੋ ਤੈਨੂੰ ਦੁੱਖਾਂ ਤੋਂ ਮੁਕਤੀ ਦੇ ਸਕੇ, ਬੰਧਨਾਂ ਤੋਂ ਛੁਟਕਾਰਾ ਦੇ ਸਕੇ, ਜਿਸ ਤਰੀਕੇ ਨੂੰ ਅਪਣਾ ਕੇ ਤੂੰ ਜ਼ਿੰਦਗੀ 'ਚ ਸੁਤੰਤਰ ਵਿਚਰ ਸਕੇ, ਉਹ ਤੇ ਤੂੰ ਲੱਭਿਆ ਹੀ ਨਹੀਂ, ਉਹ ਤੂੰ ਜਾਣਿਆ ਹੀ ਨਹੀਂ, ਸਮਝਣ ਦਾ ਯਤਨ ਨਹੀਂ ਕੀਤਾ। ਤੂੰ ਕੇਵਲ ਤਾਂ ਕੇਵਲ ਜ਼ਿੰਦਗੀ 'ਚ ਧਨ ਜੋਰਨ ਕਹੋ ਉਠਤਾਇਆ, ਦੁਨਿਆਵੀ ਪਦਾਰਥਾਂ ਨੂੰ ਇਕੱਤਰ ਕਰਨ ਲਈ ਬੜੀ ਦੌੜ ਭੱਜ ਤੂੰ ਕਰਦਾ, ਔਰ ਅੰਤ ਸੰਗ ਕਾਹੂ ਨਹੀਂ ਦੇਣਾ। ਜਿੰਨਾਂ ਚੀਜ਼ਾਂ ਦੀ ਖਾਤਰ ਤੂੰ ਸਾਰੀ ਜ਼ਿੰਦਗੀ ਲਗਾ ਦਿੰਦਾ, ਅਖੀਰ ਵੇਲੇ ਸਾਥ ਤਾਂ ਕੋਈ ਵੀ ਨਹੀਂ ਦਿੰਦੀ ਤੇਰਾ। ਐਵੇਂ ਖਾ ਮਖਈ ਆਪਣੇ ਆਪ ਨੂੰ ਇਹਨਾਂ ਦੇ ਬੰਧਨਾਂ 'ਚ ਬੱਧੀ ਬੈਠਾ ਹੈ। ਇੱਥੇ ਬਸ ਨਹੀਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਪਰਮਾਤਮਾ ਤੇਰੇ ਅੰਦਰ ਹੀ ਸੀ, ਪਰਮਾਤਮਾ ਤੇਰੇ ਅੰਦਰ ਹੀ ਸੀ। ਘਟ ਹੀ ਮਾਹੇ ਨਿਰੰਜਨ ਤੇਰੇ ਤੈਂ ਖੋਜਤ ਉਦਿਆਨ। ਉਹ ਪਰਮਾਤਮਾ ਤੇਰੇ ਅੰਦਰ ਤੇ ਤੂੰ ਜੰਗਲਾਂ ਵੱਲ ਨੂੰ ਭੱਜ ਗਿਆ ਕਿ ਜੰਗਲਾਂ 'ਚ ਰੱਬ ਬੈਠਾ ਹੋਏਗਾ। ਜਦੋਂ ਕੋਈ ਜੰਗਲਾਂ ਵੱਲ ਨੂੰ, ਤੀਰਥਾਂ ਵੱਲ ਨੂੰ, ਜਾਂ ਇੱਧਰ ਉੱਧਰ ਭਰਮ ਭਟਕੇ ਕਰਮਕਾਂਡਾਂ ਰਾਹੀਂ ਰੱਬ ਨੂੰ ਮਿਲਣਾ ਚਾਹੁੰਦਾ ਹੈ, ਜਾਂ ਮਤਲਬ ਕਿ ਉਹਦੀ ਮੱਤ ਅਜੇ ਹੋਛੀ ਹੈ, ਛੋਟੀ ਹੈ। ਹਰਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਗੱਲ ਇਹ ਹੈ ਕਿ ਜ਼ਿੰਦਗੀ ਦੇ ਅੰਦਰ ਜੇ ਤੂੰ ਸੁੱਖ ਚਾਹੁੰਦਾ, ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਮਨੁੱਖਾ ਜ਼ਿੰਦਗੀ ਮਿਲੀ ਹੈ, ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜ, ਪਰਮਾਤਮਾ ਦੇ ਚਰਨਾਂ ਨਾਲ ਜੁੜ, ਤੈਨੂੰ ਜ਼ਿੰਦਗੀ ਸੁੱਖ ਮਿਲੇਗਾ। ਪਰ ਜੋ ਕੁਝ ਤੂੰ ਕਰ ਰਿਹਾ ਇਹ ਕੁਮਤ ਵਾਲਾ ਮਾਰਗ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਅੱਜ ਦਾ ਮੁੱਖ ਵਾਕ ਵੀ ਸਾਡੇ ਇਸ ਆਪ ਹੁਦਰੇ ਮਨ ਨੂੰ ਸੰਬੋਧਨ ਕਰਕੇ ਹੀ ਹੈ ਕਿ ਮਨ ਔਗਣ ਵਾਲੇ ਪਾਸੇ ਬੜੇ ਚਾਅ ਨਾਲ ਲੱਗਾ ਹੋਇਆ ਹੈ। ਗੁਰੂ ਕੀ ਬਾਣੀ ਤਾਂ ਇੱਕ ਬਚਨ ਹੈ ਕਿ ਮਨੁੱਖ ਜਿਹੜਾ ਹੈ ਨਾ, ਇਹ ਬੁਰੇ ਕਾਮ ਕੋ ਉੱਠ ਖੁਲਾਇਆ, ਨਾਮ ਕੀ ਬੇੜਾ ਪੈ ਪੈ ਸੋਇਆ। ਕਿਤੇ ਔਗਣ ਕਰਨਾ ਹੋਏ, ਬੁਰਾਈ ਕਰਨੀ ਹੋਏ, ਫਿਰ ਤੇ ਨੀਂਦ ਹੀ ਨਹੀਂ ਆਉਂਦੀ ਬੰਦੇ ਨੂੰ, ਔਰ ਬੰਦਾ ਆਪਣੇ ਆਪ ਹੀ ਉੱਠ ਪੈਂਦਾ। ਲੇਕਿਨ ਜੇ ਕਿਤੇ ਸਤ ਸੰਗਤ ਦੀ, ਵਾਹਿਗੁਰੂ ਦੇ ਪਿਆਰ 'ਚ ਜਾਂ ਸ਼ੁਭ ਕੰਮ ਦੀ ਗੱਲ ਹੋਏ, ਫਿਰ ਕਹਿੰਦੇ ਨੀਂਦ ਹੀ ਆ ਗਈ, ਪਤਾ ਹੀ ਨਹੀਂ ਲੱਗਿਆ। ਫਿਰ ਮਨੁੱਖ ਨੂੰ ਨੀਂਦ ਆ ਕੇ ਜ਼ੋਰ ਪਾ ਲੈਂਦੀ ਹੈ। ਦਰਅਸਲ ਸਤਿਗੁਰੂ ਸਾਹਿਬ ਜੀ ਕਹਿੰਦੇ ਬੰਦਿਆ, ਜ਼ਿੰਦਗੀ ਦੇ ਅੰਦਰ ਹੋਰ ਔਗਣ ਮਨੁੱਖ ਕਰਦੇ ਹੋਣਗੇ, ਪਰ ਸਭ ਤੋਂ ਵੱਡਾ ਪਾਪ ਹੈ ਰੱਬ ਨਾਲੋਂ ਟੁੱਟ ਜਾਣਾ। ਜਿਸ ਰੱਬ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ, ਜਿਸ ਰੱਬ ਨੇ ਸਾਨੂੰ ਇਸ ਧਰਤੀ ਤੇ ਲਿਆਂਦਾ, ਸੋਹਣੀ ਧਰਤੀ ਬਣਾਈ ਹੈ, ਬੇਅੰਤ ਪਦਾਰਥ ਬਣਾਏ ਨੇ, ਉਸ ਰੱਬ ਨਾਲੋਂ ਟੁੱਟ ਜਾਣਾ ਸਭ ਤੋਂ ਵੱਡਾ ਪਾਪ ਹੈ।
सतगुरु जी का एक अमृत बचन कि ब्राह्मण कैली घात कंजका अणचारी का तान, फिटक फिटका कोड़ बदिया सदा सदा अभिमान, पाहे एते जाहे विसर नानका एक नाम। सतगुरु जी कहते ने आ हिंदू समाज विच ना ब्राह्मण नूं मारना पाप गिणदे ने, गऊ नूं मारना पाप गिणदे ने। हिंदू समाज की यह गल है। आम समाज च आपां देखदे हां ਧੀਆਂ ਨੂੰ ਲੋਕੀ ਵੇਚ ਦਿੰਦੇ, ਮਾਰ ਦਿੰਦੇ, ਇਹ ਪਾਪ ਹੁੰਦਾ ਹੈ। ਜਾਂ ਅਣਚਾਰੀ ਹੁੰਦਾ ਜਿਹਦੀ ਕਿਰਤ ਮਾੜੀ ਹੋਏ। ਅਕਸਰ ਕਹਿੰਦੇ ਜਿਹਦਾ 2 ਨੰਬਰ ਦਾ ਪੈਸਾ ਹੋਏ, ਉਹਦੇ ਘਰੋਂ ਕੋ ਅੰਨ ਪਾਣੀ ਖਾ ਲਈਏ ਤੇ ਉਹ ਵੀ ਮਨੁੱਖ ਦੀ ਮਤ ਨੂੰ ਵਿਗਾੜ ਦਿੰਦਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਪਰ ਪਾਹੇ ਇੱਥੇ ਜਾਹੇ ਵਿਸਰ ਨਾਨਕਾ ਇੱਕ ਨਾਮ। ਜਿਹੜਾ ਮਨੁੱਖ ਜ਼ਿੰਦਗੀ 'ਚ ਇੱਕ ਪਰਮਾਤਮਾ ਦੇ ਨਾਮ ਨਾਲੋਂ ਟੁੱਟ ਗਿਆ, ਉਹਨੂੰ ਤੇ ਸਾਰੇ ਪਾਪ ਆਪਣੇ ਆਪ ਹੀ ਲੱਗ ਜਾਂਦੇ ਨੇ। ਭਾਵ ਕਿ ਰੱਬ ਦੇ ਨਾਮ ਨਾਲੋਂ ਟੁੱਟ ਕੇ ਮਨੁੱਖ ਫਿਰ ਸਾਰੇ ਪਾਪ ਕਰਦਾ ਹੈ, ਸਾਰੇ ਔਗਣ ਕਰਦਾ ਹੈ। ਜਦੋਂ ਰੱਬ ਦਾ ਡਰ ਹੀ ਨਹੀਂ ਹੈ ਹਿਰਦੇ ਅੰਦਰ, ਪਰਮਾਤਮਾ ਦਾ ਪਿਆਰ ਹੀ ਨਹੀਂ ਹੈ, ਫਿਰ ਮਨੁੱਖ ਦੀ ਮੱਤ ਜਿਹੜੀ ਔਗਣਾਂ ਵਾਲੇ ਬੰਨੇ ਲੱਗਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਮਨ ਨੂੰ ਸੰਬੋਧਨ ਕਰਕੇ ਜ਼ਿੰਦਗੀ ਅੰਦਰ ਜੋ ਸੁੱਖ ਪ੍ਰਾਪਤ ਕਰਨ ਦਾ ਤਰੀਕਾ ਹੈ, ਰਸਤਾ ਹੈ, ਮਾਰਗ ਹੈ, ਉਸ ਦੀ ਜੋ ਪ੍ਰੇਰਣਾ ਕਰ ਰਹੇ ਨੇ। ਗੁਰਬਾਣੀ ਦੀ ਇਹ ਵਡਿਆਈ ਹੈ ਕਿ ਸਤਿਗੁਰੂ ਜੀ ਨੇ ਸਾਡੀਆਂ ਜੋ ਜ਼ਿੰਦਗੀ ਅੰਦਰ ਊਣਤਾਈਆਂ ਉਹ ਦਸੀਆਂ ਨੇ। ਜਿੱਥੇ ਜਿੱਥੇ ਅਸੀਂ ਕਮਜ਼ੋਰ ਹਾਂ ਜਾਂ ਜਿੱਥੇ ਜਿੱਥੇ ਔਗਣ ਕਰਦੇ ਉਹ ਸਾਨੂੰ ਦਰਸਾਏ ਨੇ। ਪਰ ਕੱਲਾ ਸਤਿਗੁਰੂ ਜੀ ਨੇ ਸਾਡੇ ਔਗਣ ਹੀ ਨਹੀਂ ਦੱਸੇ, ਸਾਨੂੰ ਇਹਨਾਂ ਔਗਣਾਂ ਤੋਂ ਬਚਣ ਦਾ ਰਸਤਾ ਵੀ ਦੱਸਿਆ ਹੈ। ਕਿਉਂਕਿ ਔਗਣ ਦੱਸ ਲੈਣੇ ਬੜੇ ਸੌਖੇ ਨੇ, ਕਿਸੇ ਤੇ ਨੁਕਤਾਚੀਨੀ ਕਰ ਲੈਣੀ ਬੜੀ ਸੌਖੀ ਹੈ, ਪਰ ਕਿਸੇ ਨੂੰ ਔਗਣਾਂ ਤੋਂ ਮੁਕਤ ਕਰਨਾ ਇਹ ਗੱਲ ਬੜੀ ਕਠਿਨ ਹੈ। ਸਤਿਗੁਰੂ ਜੀ ਨੇ ਔਗਣਾਂ ਤੋਂ ਮੁਕਤ ਕਰਨ ਦੇ ਲਈ ਜੋ ਬਚਨ ਇਸ ਮੁਖਵਾਕ ਰਾਹੀਂ ਸਾਨੂੰ ਬਖਸ਼ੇ ਨੇ, ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਸਤਿਗੁਰੂ ਜੀ ਦੇ ਪਿਆਰ 'ਚ ਜੁੜਦੇ ਹਾਂ, ਮਨ ਬਿਰਤੀਆਂ ਨੂੰ ਟਿਕਾਉਣ ਹਿੱਤ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਰੇ ਪਾਪੀ ਤੈਂ ਕਵਨ ਕੀ ਮਤ ਲੀਨ। ਸਤਿਗੁਰੂ ਜੀ ਇਸ ਮਨ ਨੂੰ ਸੰਬੋਧਨ ਕਰਦੇ ਕਹਿੰਦੇ, ਉਹ ਪਾਪੀ ਮਨਾ, ਤੂੰ ਕਿੱਥੋਂ ਦੀ ਮਤ ਲੈ ਲਈ ਹੈ? ਇਹ ਕਿੱਦਾਂ ਦੀ ਮਤ ਤੂੰ ਗ੍ਰਹਿਣ ਕਰ ਲਈ ਹੈ? ਕਿਉਂਕਿ ਮਤ ਦੇ ਨਾਲ ਹੀ ਮਨੁੱਖ ਦੀ ਜ਼ਿੰਦਗੀ ਚੱਲਣੀ ਹੈ। ਅਸੀਂ ਰੋਜ਼ ਅਰਦਾਸ ਕਰਦੇ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਬਖਸ਼ਿਸ਼ ਕਰੋ। ਸ਼੍ਰੀਮਦ ਭਗਵਤ ਗੀਤਾ 'ਚ ਇੱਕ ਬਚਨ ਹੈ ਕਿ ਸਾਨੂੰ ਆਪਣਾ ਮਨ ਜਿਹੜਾ ਹੈ ਨਾ ਉਹ ਮਤ ਦੇ ਅਧੀਨ ਰੱਖਣਾ ਚਾਹੀਦਾ ਹੈ, ਅਤੇ ਮਤ ਹਮੇਸ਼ਾ ਗੁਰੂ ਪਾਸੋਂ ਲੈਣੀ ਚਾਹੀਦੀ ਹੈ। ਸਾਡੀ ਆਪਣੀ ਮਤ ਥੋੜ੍ਹੀ ਹੈ। ਅਸੀਂ ਅਰਦਾਸ ਵੀ ਕਰਦੇ ਹਾਂ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਐਸੀ ਮਤ ਦੀਜੈ ਮੇਰੇ ਠਾਕਰ, 8 ਪਹਿਰ ਤੁਤੇ ਆਈ। ਗੁਰੂ ਬਾਬਾ ਜੀ ਕਹਿੰਦੇ ਨੇ ਮਤ ਉੱਚੀ ਰੱਖਣ ਦੇ ਲਈ ਉੱਚੇ ਲੋਕਾਂ ਕੋਲ ਬੈਠਣਾ ਚਾਹੀਦਾ ਹੈ। ਜਿੰਨੇ ਅਸੀਂ ਉੱਚੇ ਉੱਠਣਾ ਹੈ, ਜਿੰਨੇ ਅਸੀਂ ਮਹਾਨ ਬਣਨਾ ਹੈ, ਉਨੀਆਂ ਹੀ ਮਹਾਨ ਲੋਕਾਂ ਕੋਲ ਬੈਠਣਾ ਪਏਗਾ, ਉਨਾ ਹੀ ਸਾਨੂੰ ਮਹਾਨ ਸੁਸਾਇਟੀ 'ਚ ਬੈਠਣਾ ਪਏਗਾ, ਉਨਾ ਹੀ ਸਾਨੂੰ ਜ਼ਿੰਦਗੀ ਦਾ ਨਿਸ਼ਾਨਾ ਮਹਾਨ ਬਣਾਉਣਾ ਪਏਗਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਭਾਈ ਮਤ ਜਿਹੜੀ ਹੈ ਉਹ ਗੁਰੂ ਪਾਸੋਂ ਲੈਣੀ ਚਾਹੀਦੀ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ, ਉਹ ਮਨਾ ਕਵਨ ਕੀ ਮਤ ਲੀਨ, ਤੂੰ ਕਿੱਥੋਂ ਦੀ ਮਤ ਗ੍ਰਹਿਣ ਕਰ ਲਈ ਹੈ? ਕਿਹੜੇ ਪਾਸੇ ਤੂੰ ਲੱਗਿਆ ਹੋਇਆ? ਨਿਤ ਤੂੰ ਪਾਪ ਕਰਮ ਹੀ ਕਰਦਾ ਰਹਿਣਾ, ਔਗਣ ਕਰਦਾ ਰਹਿਣਾ। ਨਿਮਕ ਘਰੀ ਨਾ ਸਿਮਰ ਸੁਆਮੀ, ਜਿਉ ਪਿੰਡ ਜਿਨ ਦੀਨ। ਉਹ ਦੇਖ, ਜਿਸ ਪ੍ਰਮਾਤਮਾ ਨੇ ਤੈਨੂੰ ਇਹ ਸਰੀਰ ਦਿੱਤਾ ਹੈ ਔਰ ਇਸ ਸਰੀਰ ਵਿੱਚ ਪ੍ਰਾਣ ਪਾਏ ਨੇ, ਜਿਸ ਪ੍ਰਮਾਤਮਾ ਨੇ, ਤੂੰ ਇੱਕ ਨਿਮਕ ਭਰ ਸਮੇਂ ਲਈ ਵੀ ਉਹਨੂੰ ਪ੍ਰਮਾਤਮਾ ਨੂੰ ਕਦੀ ਚੇਤੇ ਕੀਤਾ? ਉਹਨੂੰ ਭੁੱਲ ਜਾਣਾ ਹੀ ਸਭ ਤੋਂ ਵੱਡਾ ਪਾਪ ਹੈ। ਇੱਕ ਲਫ਼ਜ਼ ਹੈ ਅਕਿਰਤ ਕਣ। ਅਕਿਰਤ ਕਣ ਹੁੰਦਾ ਹੈ ਜਿਹੜਾ ਕਿਸੇ ਦੇ ਕੀਤੇ ਹੋਏ ਉਪਕਾਰ ਨੂੰ ਭੁੱਲ ਜਾਏ। ਹੁਣ ਪ੍ਰਮਾਤਮਾ ਨੇ ਕਿੰਨੇ ਉਪਕਾਰ ਕੀਤੇ ਸਾਡੇ ਤੇ। ਦੁਨਿਆਵੀ ਬੰਦਾ ਕੋਈ ਸਾਡੇ ਤੇ ਅਹਿਸਾਨ ਕਰੇ, ਅਸੀਂ ਉਹਨੂੰ ਭੁਲਾ ਦਈਏ। ਆਪਾਂ ਅਕਸਰ ਕਹਿੰਦੇ ਬੰਦਾ ਅਕਿਰਤ ਕਣ ਬਣ ਗਿਆ, ਇਹਨੂੰ ਉਹ ਗੱਲਾਂ ਭੁੱਲ ਗਈਆਂ ਜਦੋਂ ਇਹਦੇ ਅਸੀਂ ਕੰਮ ਆਏ ਸੀ, ਇਹਦੀ ਮਦਦ ਕੀਤੀ ਸੀ, ਔਖੇ ਵੇਲੇ ਇਹਦਾ ਕੰਮ ਅਸੀਂ ਸਾਰਿਆ ਸੀ। ਅਸੀਂ ਕਹਿੰਦੇ ਅਕਿਰਤ ਕਣ ਹੈ ਤੇ ਭੁੱਲ ਹੀ ਗਏ। ਪਰ ਗੁਰਬਾਣੀ ਕਹਿੰਦੀ ਸਭ ਤੋਂ ਵੱਡੇ ਅਕਿਰਤ ਕਣ ਅਸੀਂ, ਜਿਸ ਪਰਮਾਤਮਾ ਨੇ ਸਾਨੂੰ ਇਹ ਜ਼ਿੰਦਗੀ ਦਿੱਤੀ ਹੈ, ਇਸ ਧਰਤੀ 'ਤੇ ਲਿਆਂਦਾ ਹੈ, ਇੰਨੀ ਸੁੰਦਰ ਧਰਤੀ ਬਣਾਈ, ਉਹਨੂੰ ਕਦੀ ਚੇਤੇ ਹੀ ਨਹੀਂ ਕੀਤਾ। ਗੁਰਬਾਣੀ ਦਾ ਬਚਨ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਕਿਹਾ,
ਭਾਰੇ ਭੂਈ ਅਕਿਰਤ ਕਣ ਮੰਦੀ ਹੂੰ ਮੰਦੇ। ਅਕਿਰਤ ਕਣ ਲੋਕ ਇਸ ਧਰਤੀ ਤੇ ਭਾਰ ਨੇ। ਧਰਤੀ ਨੂੰ ਕੋਈ ਭਾਰ ਨਹੀਂ ਵੈਸੇ ਕਿਸੇ ਚੀਜ਼ ਦਾ। ਆਪਾਂ ਕਹਿੰਦੇ ਆਬਾਦੀ ਵੱਧ ਗਈ, ਜਿੰਨੀ ਮਰਜ਼ੀ ਵੱਧ ਜਾਏ, ਧਰਤੀ ਨੂੰ ਪਰਬਤਾਂ ਦਾ ਭਾਰ ਨਹੀਂ ਹੈ, ਧਰਤੀ ਨੂੰ ਦਰਿਆਵਾਂ ਸਮੁੰਦਰਾਂ ਦਾ ਭਾਰ ਨਹੀਂ ਹੈ, ਧਰਤੀ ਨੂੰ ਦਰਖਤਾਂ ਦਾ ਭਾਰ ਨਹੀਂ ਹੈ, ਧਰਤੀ ਨੂੰ ਬੰਦਿਆਂ ਦਾ ਕੋਈ ਭਾਰ ਨਹੀਂ। ਇਹ ਜਿੰਨੀ ਆਬਾਦੀ ਹੈ ਨਾ, ਇਹਦੇ ਤੋਂ ਵੀ ਹੋਰ ਜਿੰਨੀ ਮਰਜ਼ੀ ਵੱਧ ਦੇ, ਧਰਤੀ ਨੂੰ ਕੋਈ ਭਾਰ ਨਹੀਂ। ਭਾਰ ਤੇ ਉਹਨਾਂ ਲੋਕਾਂ ਨੂੰ ਹੈ ਜਿਹੜੇ ਧਰਤੀ ਨੂੰ ਮੱਲਣਾ ਚਾਹੁੰਦੇ ਕਿ ਹੋਰ ਨਹੀਂ ਕੋਈ ਰਹਿਣੇ ਚਾਹੀਦੇ, ਅਸੀਂ ਰਹਿਣੇ ਚਾਹੀਦੇ ਨੇ, ਆਬਾਦੀ ਘਟਣੀ ਚਾਹੀਦੀ ਹੈ, ਅਸੀਂ ਵਧਣਾ ਚਾਹੀਦੇ ਹਾਂ। ਧਰਤੀ ਨੂੰ ਕੋਈ ਭਾਰ ਨਹੀਂ ਹੈ। ਗੁਰਬਾਣੀ ਕਹਿੰਦੀ ਹੈ ਜਿਨੀ ਵਿਸਾਰਿਆ ਨਾਮ ਤੇ ਭੋਏ ਭਾਰ ਥੀਏ। ਭਾਰ ਅਸੀਂ ਕਦੋਂ ਬਣਦੇ ਹਾਂ? ਦੇਖੋ ਨਾ, ਕੋਈ ਜੀ ਹੋਏ ਕਿਸੇ ਥਾਂ ਤੇ ਚਲਿਆ ਜਾਏ, ਉੱਥੇ ਕੰਮਕਾਰ ਕੋ ਕਰੇ ਨਾ, ਐਵੇਂ ਖਾਣ ਪੀਣ ਤੱਕ ਹੀ ਸੀਮਿਤ ਰਹੇ, ਬੁਰਾਈਆਂ ਤੱਕ ਹੀ ਸੀਮਿਤ ਰਹੇ। ਆਮ ਅਸੀਂ ਕਹਿੰਦੇ ਤਾਂ ਬੰਦਾ ਭਾਰ ਹੀ ਹੈ ਸਾਡੇ ਸਿਰ ਤੇ, ਕੋਈ ਲਾਭ ਹੀ ਨਹੀਂ ਹੋਇਆ, ਇਹ ਤਾਂ ਭਾਰ ਹੀ ਹੈ। ਪਰਮਾਤਮਾ ਨੇ ਕੁਝ ਕਰਨ ਲਈ ਭੇਜਿਆ ਇਸ ਧਰਤੀ ਤੇ ਸਾਨੂੰ। ਉਹ ਕਰਨ ਦਾ ਅਰਥ ਇਹ ਨਹੀਂ ਹੈ ਕਿ ਆਪਾਂ ਕੇਵਲ ਦੌਲਤ ਇਕੱਠੀ ਕਰਨੀ ਹੈ। ਕਰਨ ਦਾ ਅਰਥ ਕਿ ਰੱਬ ਨੇ ਧਰਤੀ ਬਣਾਈ ਹੈ, ਧਰਤੀ ਤੇ ਜਿਹੜੀ ਸਿਰਜਣਾ ਹੈ ਨਾ ਸਮਾਜ ਦੀ, ਉਹ ਮਨੁੱਖ ਨੇ ਕਰਨੀ ਹੈ। ਮਨੁੱਖ ਨੇ ਚੰਗੀਆਂ ਕਦਰਾਂ ਕੀਮਤਾਂ ਕਾਇਮ ਕਰਨੀਆਂ। ਇਹ ਧਰਤੀ ਜਿਹੜੀ ਹੈ ਹਮੇਸ਼ਾ ਹਰੀ ਭਰੀ ਰਹੇ, ਆਬਾਦ ਰਹੇ, ਇਹ ਸੁਹਾਵਣੀ ਰਹੇ। ਇਹ ਸਿਰਜਣਾ ਮਨੁੱਖ ਨੇ ਕਰਨੀ ਸੀ। ਪਰ ਮਨੁੱਖ ਦਰਅਸਲ ਖੁੰਝ ਗਿਆ। ਮਨੁੱਖ ਨੇ ਸੋਚਿਆ ਕਿ ਮੱਲਾ ਮਾਰਨਾ ਹੀ ਮੇਰੀ ਡਿਊਟੀ ਹੈ, ਜਾਂ ਕੇਵਲ ਧਨ ਦੌਲਤ ਇਕੱਤਰ ਕਰਨਾ ਹੀ ਮੇਰੀ ਡਿਊਟੀ ਹੈ। ਉਹ ਇਸ ਬੰਨੇ ਲੱਗ ਗਿਆ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਫਰਜ਼ ਨਾਲੋਂ ਭੁੱਲ ਜਾਂਦੇ, ਟੁੱਟ ਜਾਂਦੇ ਹਾਂ, ਤੇ ਕੇਵਲ ਅਸੀਂ ਔਗਣ ਕਰਦੇ, ਉਦੋਂ ਅਸੀਂ ਧਰਤੀ ਤੇ ਭਾਰ ਬਣ ਜਾਂਦੇ ਹਾਂ। ਸਤਿਗੁਰੂ ਜੀ ਕਹਿੰਦੇ ਉਹ ਬੰਦਿਆ, ਤੂੰ ਰੱਬ ਨਾਲੋਂ ਟੁੱਟ ਗਿਆ, ਸਭ ਤੋਂ ਵੱਡਾ ਇਹ ਔਗਣ ਹੈ, ਪਾਪ ਹੈ। ਰੇ ਪਾਪੀ ਤੇ ਕਵਨ ਕੀ ਮਤ ਲੀਨ। ਉਹ ਪਾਪੀ ਬੰਦਿਆ, ਤੂੰ ਕਿੱਥੋਂ ਦੀ ਮਤ ਗ੍ਰਹਿਣ ਕਰ ਲਈ ਹੈ? ਨਿਮਕ ਘਰੀ ਨਾ ਸਿਮਰ ਸੁਆਮੀ, ਜਿਉ ਪਿੰਡ ਜਨ ਦੀਨ। ਜਿਸ ਪਰਮਾਤਮਾ ਨੇ ਤੈਨੂੰ ਇਸ ਸਰੀਰ, ਪਿੰਡ ਦਾ ਅਰਥ ਸਰੀਰ ਹੈ, ਸਰੀਰ ਦਿੱਤਾ ਜਿਸ ਪਰਮਾਤਮਾ ਨੇ। ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕਿਹਾ ਸੀ ਕਿ ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਗੁਣ ਦਾ ਅਰਥ ਇੱਥੇ ਉਪਕਾਰ ਹੈ। ਉਹ ਬੰਦਿਆ ਪਰਮਾਤਮਾ ਦੇ ਉਪਕਾਰ ਚੇਤੇ ਕਰ। ਤੇਰਾ ਮੁੱਢ ਕੀ ਹੈ ਤੇ ਤੈਨੂੰ ਦੇਖ ਕਿੰਨਾ ਸੋਹਣਾ ਬਣਾ ਦਿੱਤਾ ਹੈ। ਸਾਡਾ ਮੁੱਢ ਕੀ ਹੈ? ਜੇ ਦੇਖੇ ਮਾਂ ਕੀ ਰਕਤ ਪਿਤਾ ਬਿੰਦ ਤਾਰਾ, ਇਹ ਸਾਡਾ ਮੁੱਢ ਹੈ। ਔਰ ਉਸ ਰਕਤ ਤੋਂ, ਮਿੱਝ ਤੋਂ, ਖੂਨ ਤੋਂ ਸਾਡਾ ਸਰੀਰ ਕਿੰਨਾ ਸੋਹਣਾ ਵਾਹਿਗੁਰੂ ਜੀ ਨੇ ਬਣਾ ਦਿੱਤਾ ਹੈ। ਜਿਹਨੂੰ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਵਿੱਚ ਜਿਹਨੇ ਉਬਾਰਿਆ। ਜਿਸ ਪਰਮਾਤਮਾ ਨੇ ਤੇਰੇ ਸਰੀਰ ਦਾ ਢਾਂਚਾ ਸਾਜਿਆ, ਫਿਰ ਇਹਨੂੰ ਚੰਗੀ ਤਰ੍ਹਾਂ ਸਵਾਰ ਦਿੱਤਾ, ਫਿਰ ਇਹਨੂੰ ਸ਼ਿੰਗਾਰ ਵੀ ਦਿੱਤਾ ਹੈ। ਦੇਖੋ ਜਿਨ੍ਹਾਂ ਕੋਲ ਅੱਖੀਆਂ ਨੇ, ਜਿਨ੍ਹਾਂ ਕੋਲ ਸੁੰਦਰਤਾ ਹੈ, ਉਹ ਰੱਬ ਦਾ ਧੰਨਵਾਦ ਨਹੀਂ ਕਰਦੇ। ਉਹਨਾਂ ਨੂੰ ਉਹਨਾਂ ਲੋਕਾਂ ਵੱਲ ਦੇਖਣਾ ਚਾਹੀਦਾ ਜਿਨ੍ਹਾਂ ਕੋਲ ਅੱਖਾਂ ਹੀ ਨਹੀਂ ਹੈ, ਜਿਨ੍ਹਾਂ ਦੇ ਚਿਹਰੇ ਕਰੂਪ ਨੇ। ਉਹਨਾਂ ਨਾਲ ਦੇਖ ਕੇ ਤੇ ਸਾਨੂੰ ਰੱਬ ਦਾ ਧੰਨਵਾਦ ਕਰਨਾ ਚਾਹੀਦਾ ਹੈ। ਸਤਿਗੁਰੂ ਜੀ ਕਹਿੰਦੇ ਜਿਹਨੇ ਸਵਾਰ ਦਿੱਤਾ, ਤੈਨੂੰ ਸੋਹਣਿਆ ਬਣਾ ਦਿੱਤਾ, ਫਿਰ ਸ਼ਿੰਗਾਰ ਦਿੱਤਾ ਅੱਖੀਆਂ ਲਗਾ ਕੇ, ਮੂੰਹ 'ਚ ਦੰਦ ਲਗਾ ਕੇ, ਸੋਹਣੇ ਨੈਣ ਨਕਸ਼ ਦੇ ਕੇ। ਇੱਥੇ ਬਸ ਨਹੀਂ ਹੈ, ਮਾਤਾ ਕੇ ਉਦਰ ਵਿੱਚ ਤੇਰੀ ਪ੍ਰਤਪਾਲਣਾ ਕਰਦਾ ਰਿਹਾ। 12 ਅਵਸਥਾ ਤੁਝੇ ਪਿਆਰੇ ਦੂਧ, ਪਰ ਜੋਵਨ ਭੋਜਨ ਸੁਖ ਸੂਦ। ਬਚਪਨ ਦੇ ਵਿੱਚ ਤੈਨੂੰ ਅੰਮ੍ਰਿਤ ਵਰਗਾ ਦੁੱਧ ਪਰਮਾਤਮਾ ਨੇ ਪੀਣ ਲਈ ਭੇਜ ਦਿੱਤਾ ਹੈ। ਜਵਾਨੀ 'ਚ ਇੰਨੀਆਂ ਸੁੱਖ ਸਹੂਲਤਾਂ ਦੇ ਦਿੱਤੀਆਂ ਨੇ। ਬਿਰਧ ਪਿਆ ਉੱਪਰ ਸਾਖ ਸਹਿਣ। ਜਦੋਂ ਬਿਰਧ ਅਵਸਥਾ ਹੁੰਦੀ, ਤੇਰੇ ਧੀਆਂ ਪੁੱਤ ਰਿਸ਼ਤੇਦਾਰ ਬਣਾ ਦਿੱਤੇ ਕਿ ਉਹ ਤੇਰੀ ਸੰਭਾਲ ਕਰ ਸਕਣ। ਮੁਖ ਪਿਆਓ ਬੈਠ ਕੋ ਦੇਣ, ਬੈਠੇ ਬਿਠਾਇਆ ਮੂੰਹ 'ਚ ਤੇਰੇ ਖੁਰਾਕ ਪਾਈ ਜਾਣ, ਇਸ ਲਈ ਬਣਾਏ ਨੇ। ਪਰ ਸਤਿਗੁਰੂ ਜੀ ਕਹਿੰਦੇ ਇਹ ਨਿਰਗੁਣ, ਗੁਣ ਕਸੂ ਨਾ ਬੂਝੈ। ਬੰਦਾ ਤੇ ਬੜਾ ਨਿਰਗੁਣ ਆ ਰਿਹਾ ਹੈ, ਇਹ ਤੇ ਰੱਬ ਦੇ ਗੁਣਾਂ ਨੂੰ ਜਾਣਦਾ ਹੀ ਨਹੀਂ। ਆਪ ਨਿੱਕੀ ਜੀ ਗੱਲ ਕਰ ਲੇ ਤੇ ਅਡੰਬਰ ਕਰਨਾ ਚਾਹੁੰਦਾ, ਢੰਡੋਰਾ ਪਿੱਟਣਾ ਚਾਹੁੰਦਾ, ਅਖਬਾਰਾਂ 'ਚ ਟੀਵੀ ਤੇ ਦੇਖਣਾ ਚਾਹੁੰਦਾ ਕਿ ਮੈਂ ਕੰਮ ਕੀਤਾ ਹੈ। ਜੋ ਰੱਬ ਨੇ ਕੀਤੇ ਉਹਨਾਂ ਦਾ ਇਹਨੂੰ ਪਤਾ ਹੀ ਨਹੀਂ ਹੈ। ਰੱਬ ਦੀ ਇਹ ਵਡਿਆਈ ਹੈ, ਉਹਨੇ ਕੀਤਾ ਇੰਨਾ ਕੁਝ, ਪਰ ਉਹ ਆਪਣੇ ਆਪ ਨੂੰ ਦਰਸਾਉਂਦਾ ਨਹੀਂ ਹੈ। ਉਹਨੇ ਕਿਤੇ ਆਪਣਾ ਕੋਈ ਢੰਡੋਰਾ ਨਹੀਂ ਪਿੱਟਿਆ। ਮਨੁੱਖ ਦਾ ਇਹ ਔਗਣ ਹੈ, ਇਹ ਕਰੇ ਜਾਂ ਨਾ ਕਰੇ, ਇਹ ਮੁਫਤ ਵਿੱਚ ਹੀ ਸੋਹਰਤ ਲੈਣਾ ਚਾਹੁੰਦਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਬੰਦਾ ਅਕਿਰਤ ਕਾਣਾ ਹੈ, ਇਹ ਪਾਪੀ ਹੈ, ਇਹ ਕਦੀ ਰੱਬ ਨੂੰ ਚੇਤੇ ਨਹੀਂ ਕਰਦਾ। ਨਿਮਕ ਘਰੀ ਨਾ ਸਿਮਰ ਸੁਆਮੀ, ਜਿਉ ਪਿੰਡ ਜਨ ਦੀਨ। ਜਿਸ ਵਾਹਿਗੁਰੂ ਜੀ ਨੇ ਸਰੀਰ ਦਿੱਤਾ ਹੈ, ਜਿਉ ਆਤਮਾ ਇਹਦੇ 'ਚ ਪਾਈ ਹੈ,
ਉਸ ਪਰਮਾਤਮਾ ਨੂੰ ਤੇ ਇੱਕ ਨਿਮਖ ਭਰ ਸਮੇਂ ਲਈ ਵੀ ਇਹਨੇ ਚੇਤੇ ਨਹੀਂ ਕੀਤਾ, ਕਦੀ ਉਹਨੂੰ ਯਾਦ ਨਹੀਂ ਕੀਤਾ। ਚਾਹੀਦਾ ਤੇ ਹੈ ਕਿ ਜਿਸ ਪਰਮਾਤਮਾ ਨੇ ਸਾਨੂੰ ਚੇਤੇ ਕੀਤਾ ਉਹਨੂੰ ਅਸੀਂ ਸਵਾਸ ਸਵਾਸ ਉਹਦਾ ਧੰਨਵਾਦ ਕਰੀਏ, ਸ਼ੁਕਰਾਨਾ ਕਰੀਏ। ਸਤਿਗੁਰੂ ਜੀ ਕਹਿੰਦੇ ਇਹਦੀ ਜ਼ਿੰਦਗੀ ਲੰਘ ਪਤਾ ਕਿਵੇਂ ਰਹੀ ਹੈ? ਰਹਾਉ ਖਾਤ ਪੀਵਤ ਸਵੰਤ ਸੁਖੀਆ ਨਾਮ ਸਿਮਰਤ ਖੀਨ। ਖਾਤ ਪੀਵਤ ਸਵੰਤ ਸੁਖੀਆ, ਇਹ ਜੇ ਇਹਨੂੰ ਖਾਣ ਪੀਣ ਦਾ ਮੌਕਾ ਮਿਲੇ ਤੇ ਬੜਾ ਖੁਸ਼ ਰਹਿੰਦਾ ਹੈ, ਪੀਣ ਦਾ ਮੌਕਾ ਮਿਲੇ ਤੇ ਬੜਾ ਖੁਸ਼ ਰਹਿੰਦਾ ਹੈ, ਜੇ ਕਿਤੇ ਸੌਣ ਦਾ ਮੌਕਾ ਮਿਲੇ ਤਾਂ ਵੀ ਬੜਾ ਖੁਸ਼ ਰਹਿੰਦਾ ਹੈ। ਇਵੇਂ ਕਹਿ ਲਓ ਖਾ ਪੀ ਸੌਂ ਕੇ ਇਹ ਸੁਖੀ ਰਹਿੰਦਾ ਹੈ, ਆਪਣੇ ਆਪ ਨੂੰ ਸੁਖੀ ਮਹਿਸੂਸ ਕਰਦਾ ਹੈ, ਔਰ ਇਹ ਖਾਣ ਪੀਣ ਦੇ ਸੰਬੰਧ ਵਿੱਚ ਪੈ ਕੇ ਇਹ ਰੱਬ ਤੋਂ ਬੇਪਰਵਾਹ ਹੋ ਜਾਂਦਾ ਹੈ। ਜਿਸ ਰੱਬ ਨੇ ਇਹ ਖਾਣ ਪੀਣ ਦੀਆਂ ਦਾਤਾਂ ਦਿੱਤੀਆਂ ਨੇ ਉਹਨੂੰ ਤੇ ਕਦੀ ਚੇਤੇ ਨਹੀਂ ਕੀਤਾ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤੇ ਠਾਕੁਰ ਕੋ ਰੱਖ ਮਨ ਮਾਹੇ। ਉਹ ਬੰਦਿਆ ਜਿਹਦੀ ਕਿਰਪਾ ਸਦਕਾ ਇਹ 36 ਪ੍ਰਕਾਰ ਦੇ ਭੋਜਨ ਤੂੰ ਖਾਣਾ ਹੈ ਪੀਣਾ ਹੈ, ਕਦੀ ਉਸ ਦਾਤੇ ਨੂੰ ਵੀ ਤੂੰ ਚੇਤੇ ਕੀਤਾ? ਹਾਲਤ ਤੇ ਬਣ ਗਈ ਦਾਤ ਪਿਆਰੀ ਵਿਸਰਿਆ ਦਾਤਾਰਾ। ਜਿਸ ਪਰਮਾਤਮਾ ਨੇ ਸਾਨੂੰ ਦਾਤਾਂ ਦਿੱਤੀਆਂ ਉਹ ਦਾਤਾ ਭੁੱਲ ਗਿਆ ਤੇ ਦਾਤਾਂ ਪਿਆਰੀਆਂ ਲੱਗਣ ਲੱਗ ਪਈਆਂ, ਇਹ ਖਾਣਾ ਪੀਣਾ ਵਧੀਆ ਲੱਗਣ ਲੱਗ ਪਿਆ। ਜਿਹਨੇ ਸਾਨੂੰ ਸੋਹਣੇ ਘਰ ਦਿੱਤੇ ਉਹ ਭੁੱਲ ਗਿਆ, ਘਰ ਵਧੀਆ ਲੱਗਣ ਲੱਗ ਪਏ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਇੱਕ ਬਚਨ ਲਿਖਿਆ ਹੈ, ਉਸ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਵਾਹਿਗੁਰੂ ਜੀ ਪਰਮਾਤਮਾ ਜੀ ਮਾਤ ਗਰ ਮੈਂ ਆਪਨ ਸਿਮਰਨ ਦੇ ਤਹ ਤੁਮ ਰਾਖਨ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਹੇ ਵਾਹਿਗੁਰੂ ਜੀ ਜਿਵੇਂ ਤੁਸੀਂ ਸਾਨੂੰ ਮਾਤਾ ਕੇ ਉਦਰ 'ਚ ਬਚਾਇਆ, ਸਾਡੀ ਪ੍ਰਤਿਪਾਲਣਾ ਕੀਤੀ ਹੈ, ਸਾਡੀ ਰੱਖਿਆ ਕੀਤੀ ਹੈ, ਇਵੇਂ ਇਸ ਦੁਨੀਆ 'ਚ ਵੀ ਸਾਨੂੰ ਕਿਰਪਾ ਕਰਕੇ ਬਚਾ ਲਓ। ਇੱਥੇ ਵੀ ਤੇ ਮਾਇਆ ਦੀ ਅੱਗ ਵੱਧ ਰਹੀ ਹੈ, ਇੱਥੇ ਵੀ ਸਾਡਾ ਉਧਾਰ ਕਰ ਦਿਓ। ਸਤਿਗੁਰੂ ਜੀ ਕਹਿੰਦੇ ਕਿ ਸਾਡੀ ਹਾਲਤ ਵਾਹਿਗੁਰੂ ਜੀ ਪਤਾ ਕੀ ਹੈ? ਕੀਤੇ ਕਹੋ ਮੇਰੇ ਸੰਮਾਨੇ ਕਰਨ ਹਾਰ ਤਨ ਜਾਣੇ। ਤੂੰ ਦਾਤਾ ਮੰਗਨ ਕੋ ਸਗਲੀ ਦਾਨ ਦੇ ਪ੍ਰਭ ਭਾਨੇ। ਵਾਹਿਗੁਰੂ ਜੀ ਸਾਡੀ ਹਾਲਤ ਇਹ ਹੈ ਕਿ ਜਿਹੜੀਆਂ ਚੀਜ਼ਾਂ ਤੁਸੀਂ ਬਣਾਈਆਂ ਨੇ ਕੀਤੀਆਂ ਨੇ, ਕੀਤੇ ਕਹੋ ਜਿਹੜੀਆਂ ਚੀਜ਼ਾਂ ਤੁਸੀਂ ਕੀਤੀਆਂ ਨੇ ਮੇਰੇ ਸੰਮਾਨੇ, ਉਹਨਾਂ ਨੂੰ ਅਸੀਂ ਸੁਮੇਰ ਪਰਬਤ ਵਾਂਗੂ ਮਾਨਤਾ ਦਿੰਦੇ ਹਾਂ, ਉਹਨਾਂ ਨੂੰ ਬਹੁਤ ਮਹਾਨ ਗਿਣਦੇ, ਉਹਨਾਂ ਦੇ ਖਾਤਰ ਅਸੀਂ ਬੜੀ ਦੌੜ ਭੱਜ ਕਰਦੇ ਹਾਂ, ਉਹ ਸਾਡੀਆਂ ਨਜ਼ਰਾਂ 'ਚ ਮਹਾਨ ਨੇ। ਪਰ ਸਤਿਗੁਰੂ ਜੀ ਕਹਿੰਦੇ ਨੇ ਕੀਤੇ ਕਹੋ ਮੇਰੇ ਸਮਾਨੇ ਕਰਨਹਾਰ ਤਿਰਣ ਜਾਣੇ। ਜਿਸ ਪਰਮਾਤਮਾ ਨੇ ਇਹ ਸਭ ਕੁਝ ਬਣਾਇਆ ਨੇ ਉਹਨੂੰ ਤਿਰਣ ਕਹਿੰਦੇ ਨੇ, ਕੱਖ ਦਾ ਇੱਕ ਤਿਣਕਾ, ਉਹਨੂੰ ਅਸੀਂ ਕੱਖ ਦੇ ਤਿਣਕੇ ਜਿੰਨਾ ਜਾਣਦੇ ਹਾਂ, ਕਈ ਤੇ ਉਹਨਾਂ ਵੀ ਨਹੀਂ ਜਾਣਦੇ। ਕੱਖ ਦੇ ਤਿਣਕੇ ਜਿੰਨਾ ਅਸੀਂ ਆਪਣੀ ਜ਼ਿੰਦਗੀ ਦਾ ਚੰਗੀ ਤਰ੍ਹਾਂ ਵਿਚਾਰ ਵਟਾਂਦਰਾ ਕਰੀਏ ਬੈਠ ਕੇ ਕਿ ਸਾਡਾ ਦਿਨ ਜਿਹੜਾ ਬਤੀਤ ਹੁੰਦਾ ਹੈ, ਭਾਗਾਂ ਵਾਲੇ ਨੇ ਉਹ ਪ੍ਰਾਣੀ ਜਿਹੜੇ ਉਸ ਵਾਹਿਗੁਰੂ ਜੀ ਨੂੰ ਯਾਦ ਕਰਕੇ ਦਿਨ ਦੀ ਆਰੰਭਤਾ ਕਰਦੇ ਨੇ, ਆਪਣੇ ਕੰਮਾਂ ਤੇ ਜਾਂਦੇ ਨੇ, ਵਾਹਿਗੁਰੂ ਜੀ ਨੂੰ ਚੇਤੇ ਕਰਦੇ, ਭੋਜਨ ਛਕਦੇ ਆ, ਰਾਤ ਨੂੰ ਆਰਾਮ ਕਰਨ ਲੱਗਿਆਂ ਨੂੰ ਚੇਤੇ ਕਰਦੇ ਨੇ। ਮਹਾਨ ਨੇ, ਉੱਤਮ ਨੇ, ਉਹਨਾਂ ਦੀ ਵਡਿਆਈ ਤੇ ਸਤਿਗੁਰੂ ਜੀ ਨੇ ਕੀਤੀ ਹੈ। ਹਉ ਕੁਰਬਾਨੇ ਜਾਉ ਮਿਹਰਬਾਨ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ ਸਦ ਕੁਰਬਾਨੇ ਜਾਉ। ਜਿਹੜੇ ਕਹਿੰਦੇ ਕਿ ਇਹ ਘਰ ਵਾਹਿਗੁਰੂ ਦਾ ਦਿੱਤਾ, ਇਹ ਰੱਬ ਦਾ ਨਾਮ ਹੈ। ਜਿਹੜੇ ਕਹਿੰਦੇ ਇਹ ਪਦਾਰਥ ਵਾਹਿਗੁਰੂ ਜੀ ਦੇ ਦਿੱਤੇ ਅਸੀਂ ਛਕ ਰਹੇ ਹਾਂ, ਇਹ ਹੈ ਉਹਦਾ ਨਾਮ ਲੈਣਾ। ਨਾਮ ਲੈਣ ਦਾ ਅਰਥ ਇਹ ਨਹੀਂ ਕਿ ਕੰਮਕਾਰ ਤੋਂ ਵੱਖਰੇ ਹੋ ਕੇ ਜਾਂ ਘਰ ਤੋਂ ਵੱਖਰੇ ਹੋ ਕੇ ਤੇ ਲੁਕ ਕੇ ਮਾਲਾ ਫੜ ਕੇ ਜਪਦੇ ਤੇ ਨਾਮ ਲੈਣਾ। ਕੋ ਲੈਂਦਾ ਉਹਦੀ ਆਪਣੀ ਜ਼ਿੰਦਗੀ ਹੈ। ਲੇਕਿਨ ਗੁਰਮਤਿ ਨੇ ਨਾਮ ਲੈਣ ਦੀ ਗੱਲ ਸਾਨੂੰ ਦੱਸੀ ਹੈ ਕਿ ਜੋ ਕੁਝ ਅਸੀਂ ਵਰਤਦੇ ਹਾਂ ਇਹ ਵਾਹਿਗੁਰੂ ਦਾ ਸਮਝਣਾ, ਇਹ ਹੈ ਨਾਮ ਲੈਣਾ, ਇਹ ਦਾਤਾਂ ਉਹਦੀਆਂ ਨੇ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਵਾਹਿਗੁਰੂ ਜੀ ਉਹ ਸਾਡੀ ਹਾਲਤ ਇਹ ਹੈ ਕੀਤੇ ਕਹੋ ਮੇਰੇ ਸੰਮਾਨੇ। ਇਹ ਜਿਹੜੀਆਂ ਤੁਸੀਂ ਦਾਤਾਂ ਬਣਾਈਆਂ ਅਸੀਂ ਤੇ ਇਹਨਾਂ ਨੂੰ ਮਾਨਤਾ ਦੇਣੀ ਸ਼ੁਰੂ ਕਰਤੀ, ਇਹਨਾਂ ਨੂੰ ਪਰਬਤ ਵਾਂਗੂ ਸਮਝਦੇ ਕਿ ਸ਼ਾਇਦ ਇਹ ਘਰ ਆ ਗਿਆ ਤੇ ਅਸੀਂ ਕੀ ਬਣ ਗਏ। ਘਰ ਵਾਹਿਗੁਰੂ ਦੀ ਦਾਤ ਹੈ। ਅਸੀਂ ਸੋਚਦੇ ਹਾਂ ਸਾਡੇ ਕੋਲ ਧਨ ਦੌਲਤ ਬਹੁਤ ਆ ਗਿਆ ਤੇ ਹੁਣ ਅਸੀਂ ਮਹਾਨ ਬਣ ਗਏ, ਇਹਨੂੰ ਹੀ ਅਸੀਂ ਸਮੇਰ ਪਰਬਤ ਸਮਝਦੇ ਹਾਂ, ਇਹਦੀ ਖਾਤਰ ਹੀ ਸਾਡੀ ਜ਼ਿੰਦਗੀ ਲੱਗ ਜਾਂਦੀ ਹੈ। ਦੇਖਦੇ ਹਾਂ ਆਪਾਂ ਇਹ ਦੁਨੀਆ ਦਾ ਇੱਕ ਕੁਦਰਤ ਦਾ ਸੁਭਾਅ ਹੈ, ਇਹ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਵਾਹਿਗੁਰੂ ਦੇ ਹੁਕਮ 'ਚ ਧਨ ਆਉਂਦਾ ਜਾਂਦਾ ਰਹਿੰਦਾ ਹੈ, ਇਹ ਇੱਕ ਥਾਂ ਤੇ ਕਦੀ ਥਿਰ ਨਹੀਂ ਰਹਿੰਦਾ, ਇਹ ਕੁਦਰਤ ਦਾ ਨਿਜ਼ਾਮ ਹੈ। ਮਨੁੱਖ ਵੀ ਆਉਂਦੇ ਜਾਂਦੇ ਰਹਿੰਦੇ, ਇੱਕ ਥਾਂ ਤੇ ਥਿਰ ਨਹੀਂ ਰਹਿੰਦੇ। ਹੁਣ ਜੇ ਕਿਤੇ ਸਾਡੇ ਕੋਲ ਧਨ ਚਲਿਆ ਜਾਏ ਤੇ ਅਸੀਂ ਬੜੇ ਉਦਾਸ ਹੋ ਜਾਂਦੇ, ਗਮਗੀਨ ਹੋ ਜਾਂਦੇ, ਕਿਉਂਕਿ ਅਸੀਂ ਧਨ ਨੂੰ ਮਾਨਤਾ ਦਿੰਦੇ ਤਾਂ ਉਦਾਸ ਹੁੰਦੇ ਹਨ। ਰੱਬ ਭੁੱਲ ਗਿਆ ਉਸ ਕਰਕੇ ਅਸੀਂ ਕਦੀ ਉਦਾਸ ਨਹੀਂ ਹੋਏ।
ਦੇਖੋ ਨਾ, ਦੁਨਿਆਵੀ ਕੰਮ ਵਿਗੜ ਜੇ ਅਸੀਂ ਉਦਾਸ, ਇਸ ਕਰਕੇ ਤੇ ਅਸੀਂ ਕਦੀ ਉਦਾਸ ਨਹੀਂ ਹੋਏ ਕਿ ਅੱਜ ਸਾਡੇ ਕੋਲੋਂ ਬਾਣੀ ਨਹੀਂ ਪੜ੍ਹੀ ਗਈ, ਅੱਜ ਅਸੀਂ ਗੁਰੂ ਕੇ ਦੀਦਾਰ ਨਹੀਂ ਕਰ ਸਕੇ, ਅੱਜ ਤਾਂ ਅਸੀਂ ਰੱਬ ਦਾ ਸ਼ੁਕਰਾਨਾ ਵੀ ਨਹੀਂ ਕਰ ਸਕੇ। ਇਸ ਕਰਕੇ ਤੇ ਕਦੀ ਕੋਈ ਡਿਪਰੈਸ਼ਨ 'ਚ ਨਹੀਂ ਨਾ ਗਿਆ। ਅੱਜ ਤੱਕ ਕੋਈ ਇਸ ਕਰਕੇ ਡਿਪਰੈਸ਼ਨ 'ਚ ਗਿਆ ਹੈ ਕਿ ਮੈਂ ਰੱਬ ਨੂੰ ਭੁਲਾ ਦਿੱਤਾ ਹੈ, ਰੱਬ ਨੂੰ ਚੇਤੇ ਨਹੀਂ ਕੀਤਾ। ਹਾਂ, ਇਸ ਕਰਕੇ ਗਿਆ ਜੀ, ਐਡਾ ਵੱਡਾ ਕਾਰੋਬਾਰ ਸੀ ਮੇਰਾ, ਤਬਾਹ ਹੋ ਗਿਆ, ਐਡਾ ਵੱਡਾ ਮੇਰਾ ਰੁਤਬਾ ਸੀ, ਮੇਰੇ ਪਾਸੋਂ ਖੋਹ ਲਿਆ ਗਿਆ, ਇਹਨਾਂ ਮੇਰਾ ਪਿਆਰਾ ਮਿੱਤਰ ਰਿਸ਼ਤੇਦਾਰ ਸੱਜਣ ਸੀ ਮੇਰੇ ਪਰਿਵਾਰ ਦਾ ਜੀ, ਮੇਰੇ ਨਾਲੋਂ ਚਲਿਆ ਗਿਆ। ਇਹ ਕੁਝ ਦੇਖ ਕੇ ਤੇ ਅਸੀਂ ਦੁਖੀ ਹੁੰਨੇ ਆ, ਸੰਸਾਰੀ ਆ ਨਾ, ਉਹ ਇਸ ਕਰਕੇ ਕਿਉਂਕਿ ਅਸੀਂ ਇਹਨਾਂ ਚੀਜ਼ਾਂ ਨੂੰ ਮਾਨਤਾ ਦਿੰਨੇ ਕਿ ਇਹੀ ਸਭ ਕੁਝ ਹੈ। ਲੇਕਿਨ ਕਰਨਹਾਰ ਤਰਨ ਜਾਣੇ, ਜਿਸ ਪ੍ਰਮਾਤਮਾ ਨੇ ਇਹ ਸਭ ਕੁਝ ਬਣਾਇਆ ਹੈ, ਜਿਸ ਪ੍ਰਮਾਤਮਾ ਨੇ ਸਾਨੂੰ ਰਿਸ਼ਤੇਦਾਰੀਆਂ ਦਿੱਤੀਆਂ, ਜਿਸ ਪ੍ਰਮਾਤਮਾ ਨੇ ਧਨ ਦੌਲਤ ਦਿੱਤਾ, ਜਿਸ ਪ੍ਰਮਾਤਮਾ ਨੇ ਧਰਤੀ ਬਣਾਈ ਹੈ, ਉਹਨੂੰ ਤੇ ਅਸੀਂ ਕੱਖ ਦੇ ਤਿਣਕੇ ਦੀ ਨਹੀਂ ਜਾਣਦੇ ਹਾਂ। ਕੋਈ ਭਾਗਾਂ ਵਾਲਾ ਜਿਹੜਾ ਉਹਦੇ ਪਿਆਰ 'ਚ ਜੁੜਦਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਮਨੁੱਖ ਦੀ ਹਾਲਤ ਇਹ ਹੈ ਕਿ ਖਾਵ ਪੀਵਤ ਸਵੰਤ ਸੁਖੀਆ, ਇਹ ਖਾਂਦਿਆਂ ਪੀਂਦਿਆਂ ਬੜਾ ਖੁਸ਼ ਰਹਿੰਦਾ ਹੈ, ਮੌਜ ਮੇਲੇ ਜੇ ਲੱਗੇ ਰਹਿਣ ਇਹ ਬੜਾ ਖੁਸ਼ ਰਹਿੰਦਾ ਹੈ, ਪਰ ਨਾਮ ਸਿਮਰਤ ਖੀਨ, ਜਦੋਂ ਪ੍ਰਮਾਤਮਾ ਦੇ ਨਾਮ ਦੀ ਗੱਲ ਆਉਂਦੀ ਹੈ ਉਦੋਂ ਇਹ ਸੁਸਤ ਜਿਹਾ ਪੈ ਜਾਂਦਾ ਹੈ, ਕਮਜ਼ੋਰ ਜਿਹਾ ਪੈ ਜਾਂਦਾ ਹੈ। ਦੇਖੋ ਨਾ, ਕਦੀ ਕਿਸੇ ਨੂੰ ਆਮ ਦੁਨਿਆਵੀ ਕੰਮ ਕਰਦਿਆਂ ਵੀ ਨੀਂਦ ਆਈ ਹੈ? ਕਦੀ ਨਹੀਂ ਆਉਂਦੀ। ਜੇ ਕਿਤੇ ਆਪਾਂ ਬਾਣੀ ਪੜ੍ਹਨ ਲੱਗ ਜੇ, ਝਾਟੀ ਆਲਸ ਆਉਣਾ ਸ਼ੁਰੂ ਹੋ ਜਾਂਦਾ ਹੈ। ਇਹ ਮਨ ਦਾ ਸੁਭਾਅ ਹੈ ਨਾ, ਝਾਟੀ ਆਪਾਂ ਦੇਖਦੇ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਔਰ ਇੱਥੇ ਹੀ ਬਸ ਨਹੀਂ ਹੈ, ਸਤਿਗੁਰੂ ਜੀ ਨੇ ਗੁਰਬਾਣੀ 'ਚ ਗੱਲ ਕਹੀ ਹੈ ਕਿ ਮਨੁੱਖ ਦੀ ਹਾਲਤ ਇਹ ਹੈ ਕਿ ਪ੍ਰਮਾਤਮਾ ਦੇ ਨਾਮ ਵਾਲੇ ਬੰਨੇ ਇਹ ਬੜਾ ਸੁਸਤ ਹੋ ਜਾਂਦਾ ਹੈ। ਔਰ ਜਦੋਂ ਦੁਨਿਆਵੀ ਕੰਮ ਕਰਨੇ ਨੇ, ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਛੇਰ, ਚੰਗੇ ਕੰਮਾਂ ਲਈ ਇਹ ਆਲਸੀ ਹੋ ਜਾਂਦਾ ਹੈ। ਕੋਈ ਚੰਗਾ ਕੰਮ ਕਰਨਾ ਹੋਏ ਨਾ, ਉਹਦੇ ਲਈ ਬੜਾ ਸੁਸਤ ਜਿਹਾ। ਔਰ ਮਨੁੱਖ ਤਾਂ ਕਈ ਵਾਰੀ ਨਾ ਇਹ ਸੋਚਦਾ ਮੈਂ ਅਹਿਸਾਨ ਕਰ ਰਿਹਾ ਕਿਸੇ ਤੇ, ਚੰਗਾ ਕੰਮ ਕਰਕੇ ਅਹਿਸਾਨ ਕਰ ਰਿਹਾ। ਇੱਕ ਹੋਰ ਹੀ ਸੋਚ ਚੱਲੀ ਹੈ, ਕਈ ਲੋਕ ਸੋਚਦੇ ਨੇ ਜੇ ਅਸੀਂ ਧਰਮ ਨਾਲ ਜੁੜੇ ਤੇ ਅਸੀਂ ਕਿਸੇ ਤੇ ਅਹਿਸਾਨ ਕਰ ਰਹੇ ਹਾਂ, ਕਿਸੇ ਤੇ ਅਹਿਸਾਨ ਕਰ ਰਹੇ ਹਾਂ। ਕਈ ਤਾਂ ਇਹ ਵੀ ਸੋਚਦੇ ਜੇ ਅਸੀਂ ਸਿੱਖੀ ਧਾਰਨ ਕਰ ਲਈ ਤੇ ਹੁਣ ਬੜਾ ਤਗੜਾ ਅਹਿਸਾਨ ਕੀਤਾ ਕਿਸੇ ਤੇ। ਆ ਬੇਵਕੂਫ ਲੋਕ ਬੜੇ ਤੁਸੀਂ ਦੇਖੋਗੇ ਅੱਜ ਕੱਲ੍ਹ, ਕਿਉਂਕਿ ਸੋਸ਼ਲ ਮੀਡੀਆ ਚੱਲ ਪਿਆ। ਪਿਛਲੇ ਦਿਨੀ ਇੱਕ ਪਾਗਲ ਜੇ ਬੰਦੇ ਨੇ ਲਾਈਵ ਹੋ ਕੇ ਕੇਸ ਕੱਢ ਦਿੱਤੇ ਆਪਣੇ, ਇਹ ਦੱਸਣ ਲਈ ਕਿ ਮੈਂ ਅਹਿਸਾਨ ਕੀਤਾ ਸੀ ਸਿੱਖੀ ਧਾਰਨ ਕਰਕੇ। ਇਹੋ ਜਿਹੇ ਪਾਗਲ ਬੜੇ ਨੇ ਸਮਾਜ ਵਿੱਚ। ਸਿੱਖੀ ਨਾਲ ਜੁੜਨਾ ਕਿਸੇ ਤੇ ਅਹਿਸਾਨ ਨਹੀਂ ਹੈ, ਸਿੱਖੀ ਸਾਡੀ ਜ਼ਿੰਦਗੀ ਦੀ ਲੋੜ ਹੈ। ਹੈਰਾਨ ਅਸੀਂ ਪੰਜਾਬ ਦੀ ਧਰਤੀ ਤੇ, ਗੁਰੂਆਂ ਪੀਰਾਂ ਦੀ ਧਰਤੀ ਤੇ ਰਹਿੰਦੇ ਹਾਂ, ਇੱਥੇ ਰਹਿ ਕੇ ਸਾਨੂੰ ਸਿੱਖੀ ਦੀ ਮਹਾਨਤਾ ਦਾ ਨਹੀਂ ਪਤਾ। ਉਹ ਟਾਲਸਟਾਏ ਵਰਗੇ ਜਾਂ ਹੋਰ ਜਿਹੜੇ ਵੱਡੇ ਵੱਡੇ ਦਾਰਸ਼ਨਿਕ ਲੋਕ ਹੋਏ ਨੇ ਦੁਨੀਆ ਦੇ, ਉਹ ਸਿੱਖੀ ਦੇ ਬਾਰੇ ਇੰਨਾ ਕੁਝ ਕਹਿੰਦੇ ਨੇ, ਗੁਰਮਤ ਦੇ ਬਾਰੇ ਇੰਨਾ ਕੁਝ ਕਹਿੰਦੇ ਨੇ। ਔਰ ਅਮਰੀਕਾ ਦੇ, ਅਫਰੀਕਾ ਦੇ, ਆਸਟ੍ਰੇਲੀਆ ਦੇ, ਯੂਰਪ ਦੇ ਲੋਕ ਧੜਾਧੜ ਜਦੋਂ ਉਹਨਾਂ ਨੂੰ ਗਿਆਨ ਹੁੰਦਾ ਸਿੱਖੀ ਨਾਲ ਜੁੜਦੇ, ਉਹ ਕਿਸੇ ਤੇ ਅਹਿਸਾਨ ਤਾਂ ਨਹੀਂ ਕਰਦੇ, ਉਹ ਉਹਨਾਂ ਦੀ ਆਪਣੀ ਲੋੜ ਹੈ। ਜਦੋਂ ਕੋਈ ਮੱਛੀ ਪੱਥਰ ਚੱਟਦੀ ਹੈ, ਕਹਿੰਦੇ ਪੱਥਰ ਚੱਟ ਕੇ ਉਹਨੂੰ ਮੁੜਨਾ ਪੈਂਦਾ ਹੈ। ਆਖਰ ਉਹਨਾਂ ਲੋਕਾਂ ਨੇ ਦੁਨੀਆ ਦੇ ਸੁੱਖ ਸਹੂਲਤਾਂ ਮਾਣ ਕੇ ਦੇਖ ਲਈਆਂ, ਇਹ ਰਾਜ ਰੰਗ ਦੇਖ ਲਏ, ਰਸ ਕਸ ਉਹਨਾਂ ਨੇ ਦੇਖ ਲਏ, ਕੁਝ ਨਹੀਂ ਮਿਲਿਆ, ਤੇ ਉਹਨਾਂ ਨੂੰ ਇੱਕ ਰਸਤਾ ਲੱਭਿਆ ਜ਼ਿੰਦਗੀ ਅੰਦਰ ਸੁਖੀ ਹੋਣ ਦਾ, ਉਹ ਹੈ ਸਿੱਖੀ ਦਾ ਮਾਰਗ। ਤੇ ਜਿਹੜੇ ਕਹਿੰਦੇ ਲਿਖੋ ਜੀ ਅਸੀਂ ਹੁਣ ਅੰਮ੍ਰਿਤ ਛਕਿਆ, ਸਾਡੀ ਸੰਭਾਲ ਨਹੀਂ ਕਰਦੇ, ਤੁਸੀਂ ਅਹਿਸਾਨ ਕੀਤਾ ਅੰਮ੍ਰਿਤ ਛਕਿਆ ਤਾਂ? ਇਹ ਤਾਂ ਤੁਸੀਂ ਆਪਣੀ ਲੋੜ ਨੂੰ ਛਕਿਆ। ਕੰਮ ਉਦੋਂ ਖਰਾਬ ਹੁੰਦਾ ਹੈ ਜਦੋਂ ਅਸੀਂ ਬਿਨਾਂ ਹੀ ਕਾਰਨ ਨੂੰ ਲੋਕਾਂ ਨੂੰ ਧੱਕੇ ਨਾਲ ਖਿੱਚ ਕੇ ਦੇਣ, ਲੈ ਅੰਮ੍ਰਿਤ ਛਕ ਲੈ, ਲੈ ਤੂੰ ਗੁਰਦੁਆਰੇ ਆ ਜਾ। ਪ੍ਰੇਰਿਤ ਕਰਨਾ ਸਾਡਾ ਫਰਜ਼ ਹੈ, ਪਰ ਫੋਰਸ ਕਰਕੇ ਕਿਸੇ ਨੂੰ ਲਿਆਉਣਾ ਜਾਂ ਜ਼ਬਰਦਸਤੀ ਕਿਸੇ ਨੂੰ ਲਿਆਉਣਾ, ਇਹ ਸਾਡੀ ਬਹੁਤ ਵੱਡੀ ਭੁੱਲ ਹੈ। ਜਾਂ ਲਾਲਚ ਦੇ ਕੇ ਕਿਸੇ ਨੂੰ ਲਿਆਉਣਾ, ਲਾਲਚ ਦੇ ਕੇ ਕਦੀ ਧਰਮ ਨਹੀਂ ਚਲਾਏ ਜਾਂਦੇ, ਡਰਾ ਕੇ ਕਦੀ ਧਰਮ ਨਹੀਂ ਚਲਾਏ ਜਾਂਦੇ, ਜਾਂ ਰੋਹ ਪਾ ਕੇ ਕਦੀ ਧਰਮ ਨਹੀਂ ਚਲਾਏ ਜਾਂਦੇ। ਧਰਮ ਤੇ ਇਹ ਹੈ ਕਿ ਲੋਕਾਂ ਨੂੰ ਸਿੱਖੀ ਦੇ ਗੁਣ ਦਸੀਏ ਆਪਾਂ, ਲੋਕੀ ਗੁਣ ਗ੍ਰਹਿਣ ਕਰਨ ਦੇ ਲਈ ਆਉਣ। ਇਸ ਕਰਕੇ ਉਹ ਲੋਕ ਜਿਹੜੇ ਸੋਚਦੇ ਕਿ ਅਸੀਂ ਗੁਰੂ ਦੀ ਬਾਣੀ ਪੜ੍ਹਦੇ ਬੜਾ ਅਹਿਸਾਨ ਕਰਦੇ ਹਾਂ, ਜਾਂ ਅਸੀਂ ਗੁਰੂ ਦੇ ਦਰ ਤੇ ਸੇਵਾ ਕਰਦੇ ਬੜਾ ਅਹਿਸਾਨ ਕਰਦੇ ਹਾਂ, ਜਾਂ ਅਸੀਂ ਧਰਮ ਦੇ ਮਾਰਗ ਤੇ ਸਿੱਖੀ ਨੂੰ ਗ੍ਰਹਿਣ ਕਰ ਲਿਆ ਬੜਾ ਅਹਿਸਾਨ ਕਰਦੇ, ਉਹ ਮੂਰਖ ਲੋਕ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੈ। ਡਾਕਟਰ ਦੇ ਕੋਲ ਜਾਣਾ ਕੋਈ ਅਹਿਸਾਨ ਕਰਨਾ ਨਹੀਂ ਹੈ, ਉਹ ਸਾਡੀ ਲੋੜ ਹੈ। ਆਪਣੇ ਦੁੱਖ ਤੋਂ ਮੁਕਤ ਹੋਣ ਦੇ ਲਈ ਅਸੀਂ ਜਾਂਦੇ ਹਾਂ। ਬੱਚਾ ਸਕੂਲ 'ਚ ਜਾਂਦਾ ਹੈ, ਉਹ ਕੋਈ ਟੀਚਰ ਤੇ ਅਹਿਸਾਨ ਨਹੀਂ ਕਰਦਾ, ਉਹ ਤੇ ਉੱਥੋਂ ਕੁਝ ਗ੍ਰਹਿਣ ਕਰਨ ਦੇ ਲਈ ਜਾਂਦਾ ਹੈ। ਅਸੀਂ ਗੁਰਦੁਆਰੇ ਆਉਂਦੇ ਹਾਂ, ਅਸੀਂ ਕੋਈ ਅਹਿਸਾਨ ਨਹੀਂ ਕਰਦੇ ਕਿਸੇ ਤੇ, ਅਸੀਂ ਤੇ ਆਪਣੇ ਨਿਜ ਸੁੱਖ ਲਈ ਆਉਂਦੇ, ਗੁਰੂ ਕੀ ਰਹਿਮਤ ਨੂੰ ਪ੍ਰਾਪਤ ਕਰਨ ਲਈ ਆਉਂਦੇ। ਕੱਲ ਨੂੰ ਕੋਈ ਕਹੇ ਜੀ ਮੈਂ ਗੁਰਦੁਆਰੇ ਨਹੀਂ ਆਉਣਾ,
ਭਈ ਨਾ ਆਉਣਾ ਇਹ ਜੇ ਤੇਰਾ ਹੀ ਨੁਕਸਾਨ ਹੈ, ਕਿਸੇ ਦਾ ਕੀ ਵਿਗੜੇਗਾ। ਕੱਲ ਨੂੰ ਕਹੇ ਜੀ ਮੈਂ ਧਰਮ ਤੋਂ ਪਤਿਤ ਹੋ ਜਾਣਾ, ਉਹਦੇ ਵਿੱਚ ਤੂੰ ਹੀ ਪਤਿਤ ਹੋਇਆ, ਕਿਸੇ ਦਾ ਕੁਝ ਨਹੀਂ ਵਿਗੜੇਗਾ। ਧਰਮ ਜਿਹੜਾ ਹੈ ਉਹ ਕੋਈ ਬੰਦਿਆਂ ਦੇ ਆਸਰੇ ਤੇ ਨਹੀਂ ਖੜਾ। ਧਰਮ ਇਹ ਮਤਲਬ ਕੋਈ ਸੋਚੇ ਕਿ ਬਹੁਤੇ ਬੰਦੇ ਹੋਣਗੇ ਤੇ ਧਰਮ ਦੀ ਬਹੁਤ ਗੱਲ ਚੱਲੇਗੀ। ਹਾਂ, ਇਹ ਧਰਮ ਜਾਂ ਧਾਰਮਿਕ ਲੋਕਾਂ ਦੀ ਇੱਕ ਜਿਗਿਆਸਾ ਹੈ, ਭੁੱਖ ਹੈ, ਇੱਕ ਤਾਂਘ ਹੈ ਕਿ ਧਰਤੀ ਤਾਂ ਹਰ ਬੰਦਾ ਧਰਮੀ ਹੋਣਾ ਚਾਹੀਦਾ, ਧਰਤੀ ਵਧੀਆ ਬਣਨੀ ਚਾਹੀਦੀ, ਇਹ ਲੋੜ ਹੈ। ਲੇਕਿਨ ਜੇਕਰ ਮੇਰੇ ਵਰਗਾ ਇਹ ਕਹੇ ਕਿ ਇਹ ਸਿੱਖੀ ਮੇਰੇ ਹੀ ਸਿਰ ਤੇ ਖੜੀ ਆ, ਉਹ ਇਹਦੂ ਵੱਡੀ ਮੂਰਖਤਾ ਕੀ ਹੋਏਗੀ। ਇਹ ਸਿੱਖੀ ਤੇ ਉਦੋਂ ਨਾ ਖਤਮ ਹੋਈ ਜਦੋਂ ਪੰਜਾਬ ਦੀ ਇਹ ਤੇ ਲੋਕ ਆਪ ਹੈ ਨਾ, ਮੂਰਖ ਲੋਕ ਆਪ ਆਪਣੀ ਇਦਾਂ ਗੁਰੂ ਤੋਂ ਬੇਮੁਖ ਹੋ ਰਹੇ ਨੇ। ਜਿਨ੍ਹਾਂ ਦਿਨਾਂ ਦੇ ਅੰਦਰ ਲੋਕਾਂ ਨੇ ਸਿੱਖਾਂ ਦੇ ਸਿਰਾਂ ਦੇ ਸਿਰ ਮੁੱਲ ਪਾ ਦਿੱਤੇ, ਮੰਡੀਆਂ 'ਚ ਸਿਰ ਵਿੱਚ ਗਏ, ਜਦੋਂ ਸਿੱਖਾਂ ਨੂੰ ਆਰਿਆਂ ਨਾਲ ਚੀਰਿਆ ਗਿਆ, ਸਿੱਖੀ ਤੇ ਉਦੋਂ ਖਤਮ ਨਾ ਹੋਈ, ਇਦਾਂ ਸਿੱਖੀ ਕਿੱਦਾਂ ਖਤਮ ਹੋ ਜਾਏਗੀ। ਇਸ ਕਰਕੇ ਕੇਵਲ ਨਰੋਲ ਮੂਰਖ ਲੋਕ ਨੇ ਕੁਝ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ, ਔਰ ਜਿਹੜੇ ਕੇਵਲ ਭੇਖੀ ਲੋਕ ਸਿੱਖੀ ਦੇ ਵਿੱਚ ਤੁਰੇ ਫਿਰਦੇ ਨੇ, ਉਹ ਸਿੱਖੀ ਦੇ ਪ੍ਰਤੀ ਅਜਿਹੀਆਂ ਗੱਲਾਂ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਮਨੁੱਖ ਦੀ ਹਾਲਤ ਇਹ ਹੈ ਕਿ ਬੁਰੇ ਕੰਮ ਕੋ ਉੱਠ ਖੁਲਾਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਬੁਰੇ ਕੰਮਾਂ ਦੇ ਲਈ ਇਹ ਬੜਾ ਉਦਮੀ ਹੈ, ਨਾਮ ਵਾਲੇ ਪਾਸੇ ਇਹਨੂੰ ਸੁਸਤੀ ਆਲਸ ਆ ਕੇ ਵਿਆਪਦਾ ਹੈ। ਔਗਣ ਕਰਨਾ ਹੋਏ ਤੇ ਬੜਾ ਦਲੇਰ ਹੋ ਜਾਂਦਾ ਹੈ। ਖਾਤ ਪੀਵਤ ਸਵੰਤ ਸੁਖੀਆ, ਨਾਮ ਸਿਮਰਤ ਖੀਨ। ਖਾਣ ਪੀਣ ਦੇ ਮੌਜ ਮੇਲਿਆਂ 'ਚ ਇਹ ਬੜਾ ਖੁਸ਼ ਰਹਿੰਦਾ ਹੈ, ਬੜਾ ਉਤਸ਼ਾਹਤ ਰਹਿੰਦਾ ਹੈ, ਭਾਵੇਂ ਦੁਖੀ ਹੀ ਕਿਉਂ ਨਾ ਹੋਵੇ। ਆਪਾਂ ਦੇਖਦੇ ਹਾਂ ਬੰਦਾ ਰੋਗੀ ਵੀ ਹੋਏਗਾ, ਕੋਈ ਖਾਣ ਪੀਣ ਦਾ ਮੌਜ ਮੇਲੇ ਦਾ ਸਮਾਂ ਆ ਗਿਆ, ਉਦੋਂ ਨੂੰ ਉਤਸ਼ਾਹ ਜਾਗਦਾ ਹੈ, ਫਿਰ ਕਹਿੰਦਾ ਚੱਲ ਡਾਕਟਰ ਕੋਲ ਗੋਲੀਆਂ ਲੈ ਲਾਂਗੇ, ਖਾ ਪੀ ਲਓ, ਘੜੀ ਮੌਜ ਮੇਲਾ ਮਾਣ ਲਓ, ਇਹ ਚੰਗੀ ਗੱਲ ਹੈ, ਮੌਜ ਮੇਲਾ ਮਾਣੋ। ਕਦੀ ਇਹ ਤਾਂ ਨਹੀਂ ਕਿਹਾ ਕਿ ਆਪਾਂ ਰੱਬ ਵਾਲੇ ਬੰਨੇ ਵੀ ਜੁੜ ਲਈਏ, ਥੋੜਾ ਭਾਈ ਥੋੜਾ ਇੱਧਰ ਵੀ ਉਦਮ ਕਰ ਲਈਏ। ਕਹਿੰਦੇ ਵਿਆਹ ਸੀ, ਆਉਣਾ ਹੀ ਪੈਣਾ, ਕੋਈ ਗੱਲ ਨਹੀਂ, ਬੁਲਾਇਆ ਇਹਨਾਂ ਨੇ, ਪਰ ਇਸ ਤਾਂਘ ਨਾਲ ਕਦੀ ਗੁਰੂ ਕੋਲ ਵੀ ਆ ਜਾਈਏ ਕਿ ਆਪਾਂ ਗੁਰੂ ਕੇ ਦੀਦਾਰ ਕਰਨੇ ਨਹੀਂ। ਉਦੋਂ ਕਹਿੰਦੇ ਜੀ ਆਪਾਂ ਤੇ ਠੀਕ ਹੀ ਨਹੀਂ ਰਹਿੰਦੇ, ਸਾਡਾ ਤੇ ਸਰੀਰ ਹੀ ਠੀਕ ਨਹੀਂ, ਕੀ ਕਰੀਏ, ਸਾਡੇ ਕੋਲ ਤੇ ਵੇਲ ਹੀ ਨਹੀਂ ਹੈ। ਤੇ ਜੇ ਆਪਾਂ ਦੁਨਿਆਵੀ ਕੰਮਾਂ ਜਾਣ, ਫਿਰ ਜੀ ਚਲੋ ਆਉਣਾ ਹੀ ਪੈਣਾ ਸੀ, ਟਾਈਮ ਕੱਢਣਾ ਹੀ ਪੈਣਾ ਸੀ ਨਾ, ਕਿਉਂਕਿ ਇਹੋ ਜਿਹਾ ਖੁਸ਼ੀਆਂ ਦਾ ਮੌਕਾ ਹੈ, ਆਉਣਾ ਹੀ ਪੈਣਾ ਸੀ, ਚੰਗੀ ਗੱਲ ਹੈ, ਆਉਣਾ ਪੈਣਾ। ਕਦੀ ਰੱਬ ਵਾਲੇ ਬੰਨੇ ਵੀ ਟਾਈਮ ਕੱਢ ਲਿਆ ਕਰੀਏ। ਸਤਿਗੁਰੂ ਸਾਹਿਬ ਜੀ ਕਹਿੰਦੇ ਨਾਮ ਸਿਮਰਤ ਖੀਨ। ਜਦੋਂ ਉਹ ਪਰਮਾਤਮਾ ਦੇ ਪਿਆਰ ਦੀ ਗੱਲ ਆਉਂਦੀ ਹੈ, ਚੰਗੇ ਜਾਂ ਭਲੇ ਕੰਮ ਦੀ ਗੱਲ ਆਉਂਦੀ ਹੈ, ਰੱਬ ਦੇ ਨਾਮ ਦੀ ਗੱਲ ਆਉਂਦੀ ਹੈ, ਉਦੋਂ ਬੰਦਾ ਕਮਜ਼ੋਰ ਹੋ ਜਾਂਦਾ, ਸੁਸਤ ਪੈ ਜਾਂਦਾ। ਉਦੋਂ ਕੋਈ ਨਾ ਕੋਈ ਬਹਾਨੇ ਭਾਲਦਾ ਕਿ ਕਿਸੇ ਨਾ ਕਿਸੇ ਤਰੀਕੇ ਰਾਹੀਂ ਨਾ ਇੱਥੋਂ ਛੁਟਕਾਰਾ ਮਿਲ ਹੀ ਜਾਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਰੇ ਪਾਪੀ ਤੇ ਕਵਨ ਕੀ ਮਤ ਲੀਨ। ਉਹ ਪਾਪੀ ਮਨਾ, ਇਹ ਕਿੱਥੋਂ ਦੀ ਮਤ ਹੈ ਤੇਰੇ ਕੋਲ ਕਿ ਰੱਬ ਵਾਲੇ ਬੰਨੇ ਜੁੜਨ ਦੇ ਲਈ ਤੂੰ ਬੜਾ ਕਮਜ਼ੋਰ ਪੈ ਜਾਂਦਾ ਹੈ, ਔਗਣ ਕਰਨ ਦੇ ਲਈ ਤੂੰ ਬੜਾ ਦਲੇਰ ਹੋ ਜਾਂਦਾ ਹੈ, ਬੜਾ ਜਵਾਨ ਬਣ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਇਹ ਗੱਲ ਚੇਤੇ ਕੀਤੀ ਕਦੀ ਤੂੰ? ਆਪਣੇ ਉਸ ਸਮੇਂ ਨੂੰ ਚੇਤੇ ਕਰ ਕਿ ਗਰਭ ਉਧਰ ਬਿਲਾਟ ਕਰਤਾ ਤਹਾਂ ਹੋਵਤ ਦੀਨ। ਸਤਿਗੁਰੂ ਜੀ ਕਹਿੰਦੇ ਉਹ ਦਿਨ ਭੁੱਲ ਗਏ ਬੰਦਿਆ ਤੈਨੂੰ, ਜਦੋਂ ਤੂੰ ਮਾਤਾ ਕੇ ਉਧਰ ਵੇਸੈ, ਉੱਥੇ ਤੇ ਵਿਰਲਾਪ ਕਰਦਾ ਸੈਂ। ਗੁਰੂ ਕੀ ਬਾਣੀ ਕਹਿੰਦੀ ਹੈ ਪਹਿਲੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਭਾਸ, ਉਰਦੁਮੁਖ ਅੰਤਰ ਤਪ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਉਦੋਂ ਤੂੰ ਤਪ ਕਰਦਾ ਸੀ, ਨਿਤ ਅਰਦਾਸਾਂ ਕਰਦਾ ਸੀ ਕਿ ਵਾਹਿਗੁਰੂ ਜੀ ਮੈਨੂੰ ਇਸ ਕੈਦ ਵਿੱਚੋਂ ਬਾਹਰ ਲੈ ਜਾਓ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਸ ਪਰਮਾਤਮਾ ਨੇ ਜਿਸ ਅੱਗ ਤੋਂ ਤੈਨੂੰ ਬਚਾ ਕੇ ਲੈ ਆਂਦਾ, ਜੇ ਤੂੰ ਬਚਿਆ ਇਸ ਧਰਤੀ ਤੇ ਹੈਗਾ, ਇਹ ਸਿਮਰਨ ਸਦਕਾ ਹੈ, ਰੱਬ ਦੇ ਪਿਆਰ ਸਦਕਾ ਹੈ। ਤੂੰ ਵਿਰਲਾਪ ਕੀਤਾ, ਰੱਬ ਨੂੰ ਚੇਤੇ ਕੀਤਾ, ਤਾਂ ਬਚ ਕੇ ਆਏ। ਪਰ ਸਤਿਗੁਰੂ ਸਾਹਿਬ ਜੀ ਕਹਿੰਦੇ ਗਰਭ ਉਧਰ ਬਿਲਲਾਟ ਕਰਤਾ ਤਹਾਂ ਹੋਵਤ ਦੀਨ। ਉੱਥੇ ਤੂੰ ਵਿਰਲਾਪ ਕਰਦਾ ਸੀ, ਉੱਥੇ ਤੂੰ ਬੜਾ ਦੀਨ ਜਿਹਾ ਨਿਮਾਣਾ ਜਿਹਾ ਬਣ ਕੇ ਜੋਦੜੀਆਂ ਕਰਦਾ ਸੀ, ਹਰ ਵੇਲੇ ਅਰਦਾਸਾਂ ਕਰਦਾ ਸੀ, ਰੱਬ ਨੂੰ ਚੇਤੇ ਕਰਦਾ ਸੀ। ਪਰ ਹੁਣ ਇਸ ਧਰਤੀ ਤੇ ਆ ਕੇ ਤੂੰ ਸੁਸਤ ਪੈ ਗਿਆ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਚਨ ਲਿਖਿਆ ਹੈ ਕਿ ਉਹ ਪਰਮਾਤਮਾ ਦੇ ਕੋਲ ਇੱਕ ਬਚਨ ਕਰਕੇ, ਕੌਲ ਕਰਕੇ ਅਸੀਂ ਧਰਤੀ ਤੇ ਆਏ। ਅਸਨ ਬਸਨ ਸੰਗ ਲੀਨੇ ਉਹ ਬਚਨ ਕੀਨੇ, ਜਨਮ ਤਾਰ ਸਾਧ ਸੰਗ ਸ਼੍ਰੀ ਗੁਰ ਆਰਾਧ ਹੈ। ਅਸਨ ਦਾ ਅਰਥ ਹੁੰਦਾ ਖਾਣ ਪੀਣ ਦੇ ਭੋਜਨ ਜੋ ਨੇ, ਬਸਨ ਦਾ ਅਰਥ ਹੈ ਪਹਿਨਣ ਦੀਆਂ ਚੀਜ਼ਾਂ, ਬਸਤਰ ਆਦਿਕ ਜਿਹੜੇ ਨੇ। ਇਹ ਸਾਰੀਆਂ ਦਾਤਾਂ ਵਾਹਿਗੁਰੂ ਜੀ ਕੋਲੋਂ ਲੈ ਕੇ ਇੱਕ ਬਚਨ ਕਰਕੇ ਆਏ ਕਿ ਜਨਮ ਤਾਰ ਸ਼੍ਰੀ ਗੁਰੂ ਸਾਧ ਸੰਗ ਆਰਾਧ ਹੈ। ਮਹਾਰਾਜ ਜੀ ਜ਼ਿੰਦਗੀ ਦੇ ਵਿੱਚ ਜਾ ਕੇ ਸਤ ਸੰਗਤ ਰਾਹੀਂ ਤੁਹਾਡੇ ਪਿਆਰ 'ਚ ਜੁੜਾਂਗੇ, ਪਰ ਇਹਾਂ ਆਏ ਦਾਤਾ ਬਿਸਰ ਆਏ, ਦਾਤੀ ਸੰਗ ਲਪਟਾਏ, ਪੰਜ ਭੂਤ ਦੂਤ ਪ੍ਰਮਤ ਅਸਾਧ ਹੈ।
ਜਦੋਂ ਬੰਦਾ ਧਰਤੀ ਤੇ ਆਇਆ, ਬਸ ਆਉਂਦਿਆਂ ਹੀ ਲਿਵ ਛੁੜਕੀ, ਤ੍ਰਿਸ਼ਨਾ ਲੱਗੀ, ਮਾਇਆ ਅਮਰ ਵਰਤਾਇਆ। ਦੁਨੀਆ ਦਾ ਪ੍ਰਭਾਵ ਇਹੋ ਜਿਹਾ ਪਿਆ, ਹਵਾ ਇਹੋ ਜਿਹੀ ਲੱਗੀ, ਇਹਦੀ ਲਿਵ ਟੁੱਟ ਗਈ, ਰੱਬ ਵਾਲੇ ਬੰਨੇ ਤੋਂ ਧਿਆਨ ਟੁੱਟ ਗਿਆ, ਮਾਇਆ ਦਾ ਪ੍ਰਭਾਵ ਪਿਆ, ਮਾਇਆ ਵਾਲੇ ਬੰਨੇ ਜੁੜ ਗਿਆ। ਸਤਿਗੁਰੂ ਸਾਹਿਬ ਜੀ ਕਹਿੰਦੇ ਹੁਣ ਉਹ ਦੇਣੇ ਨੂੰ ਭੁੱਲ ਗਏ ਨੇ। ਗਰਭ ਉਦਰ ਬਿਰਲਾਟ ਕਰਤਾ, ਬਿਰਲਾਟ ਅਰਥ ਬਿਰਲਾਪ। ਉਦੋਂ ਤੂੰ ਭਾਈ ਬਿਰਲਾਪ ਕਰਦਾ ਸੀ, ਤਹਾਂ ਹੋਵਤ ਦੀਨ, ਉੱਥੇ ਬੜਾ ਦੀਨ ਸੀ, ਬੜਾ ਨਿਮਾਣਾ ਸੀ, ਰੱਬ ਦੇ ਅੱਗੇ ਜੋਦੜੀਆਂ ਕਰਦਾ ਸੀ। ਪਰ ਹੁਣ ਤੂੰ ਖਾਣ ਪੀਣ 'ਚ ਹੀ ਰੁੱਝ ਗਿਆ, ਤੈਨੂੰ ਪ੍ਰਮਾਤਮਾ ਭੁੱਲ ਗਿਆ। ਸਤਿਗੁਰੂ ਸਾਹਿਬ ਜੀ ਕਹਿੰਦੇ ਮਹਾਮਾਦ ਵਿਕਾਰ ਬਾਦਾ ਅਨਕ ਜੋਨ ਪਰਮਹੀਨ। ਹੁਣ ਤਾਂ ਤੇਰੀ ਹਾਲਤ ਕਿ ਮਹਾਮਾਦ ਵਿਕਾਰ ਬਾਦਾ, ਮਾਦ ਮੈਣਾ ਮਦ, ਮਦ ਮੈਣਾ ਨਸ਼ਾ। ਹੁਣ ਤੂੰ ਇੱਥੇ ਵਿਕਾਰਾਂ ਦੇ ਨਸ਼ਿਆਂ ਵਿੱਚ ਵੱਜ ਗਿਆ, ਔਗਣਾ ਬੁਰਾਈਆਂ ਦੇ ਨਸ਼ਿਆਂ ਤੂੰ ਮਸਤ ਹੋ ਗਿਆ। ਵੱਜ ਗਿਆ ਦਾ ਅਰਥ ਕਿ ਤੈਨੂੰ ਬੰਧਨ ਪੈ ਕੇ ਇਹਨਾਂ ਨਸ਼ਿਆਂ ਦੇ, ਵਿਕਾਰਾਂ ਦੇ, ਔਗਣਾਂ ਦੇ, ਬੁਰਾਈਆਂ ਦੇ। ਅਨਕ ਜੌਨ ਪਰਮਹੀਨ, ਤੇ ਹੁਣ ਤੂੰ ਇਹਨਾਂ ਔਗਣਾਂ ਦੇ ਢਹਿ ਚੜ੍ਹ ਕੇ ਅਨੇਕਾਂ ਜੂਨਾਂ ਵਿੱਚ ਭਟਕਣ ਲੱਗ ਪਿਆ। ਦੇਖੋ ਅਕਸਰ ਮੈਂ ਬੇਨਤੀ ਕਰਦਾ ਹੁੰਨਾ ਕਿ ਇਹ ਜ਼ਿੰਦਗੀ ਤੋਂ ਬਾਅਦ ਕੀ ਹੋਣਾ ਹੈ ਜਾਂ ਕੀ ਹੁੰਦਾ ਹੈ, ਇਹ ਤੇ ਵਾਹਿਗੁਰੂ ਜਾਣਦਾ ਹੈ। ਕਿਉਂਕਿ ਜਿਹੜੇ ਗਏ ਨੇ ਉਹਨਾਂ ਨੇ ਤੇ ਆ ਕੇ ਦੱਸਿਆ ਨਹੀਂ ਕੀ ਹੋਇਆ ਹੈ, ਤੇ ਅਸੀਂ ਉੱਥੇ ਜਾਵਾਂਗੇ ਤੇ ਅਸੀਂ ਵੀ ਨਹੀਂ ਆ ਸਕਾਂਗੇ। ਕੌਣ ਦੱਸੇਗਾ ਕਿ ਅੱਗੇ ਕੀ ਹੁੰਦਾ ਹੈ? ਗੁਰਬਾਣੀ ਇਹ ਗੱਲ ਕਹਿੰਦੀ ਹੈ, ਇਹ ਜ਼ਿੰਦਗੀ ਤੋਂ ਬਾਅਦ ਕੀ ਹੁੰਦਾ ਹੈ, ਇਹ ਕੇਵਲ ਤਾਂ ਕੇਵਲ ਪ੍ਰਮਾਤਮਾ ਜਾਣਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ, ਜਿੱਥੇ ਸਤਿਗੁਰੂ ਜੀ ਕਹਿੰਦੇ ਇੱਕ ਦਜੇ ਇੱਕ ਦਬੀਏ, ਇੱਕ ਨਾ ਕੁੱਥੇ ਖਾਏ, ਇੱਕ ਪਾਣੀ ਵਿੱਚ ਉਹ ਸਟੀ, ਇੱਕ ਵੀ ਫਿਰ ਹਸਨ ਪਾਏ। ਨਾਨਕ ਇਹ ਵਨਾ ਜਾਪੇ ਕਿੱਥੇ ਜਾਏ ਸਮਾਏ। ਪਤਾ ਨਹੀਂ ਇਹ ਜੀਵ ਕਿੱਥੇ ਚਲਿਆ ਜਾਂਦਾ, ਇਹ ਤੇ ਪ੍ਰਮਾਤਮਾ ਦੀ ਰਚਨਾ ਪ੍ਰਮਾਤਮਾ ਜਾਣਦਾ ਹੈ। ਲੇਕਿਨ ਇਸ ਧਰਤੀ ਤੇ ਅਸੀਂ ਕੀ ਕਰਦੇ ਇਹ ਤੇ ਪਤਾ ਹੈ ਨਾ, ਇਹ ਤੇ ਸਤਿਪੁਰਖਾਂ ਨੇ ਦੱਸਿਆ ਹੈ। ਸਤਿਗੁਰੂ ਜੀ ਕਹਿੰਦੇ ਅਨਕ ਜੋਨ ਪਰਮਹੀਨ, ਸਾਨੂੰ ਰੱਬ ਨੇ ਬਣਾਇਆ ਮਨੁੱਖ ਸੀ, ਜ਼ਿੰਦਗੀ ਮਨੁੱਖਾਂ ਵਾਲੀ ਦਿੱਤੀ ਸੀ, ਪਰ ਆਪਾਂ ਇਸ ਜ਼ਿੰਦਗੀ 'ਚ ਮਨੁੱਖ ਨਾ ਰਹੇ। ਇੱਥੇ ਕੀ ਬਣ ਗਈ? ਕਰਤੂਤ ਪਸ਼ੂ ਕੀ ਮਾਨਸ ਜਾਤ। ਇੱਥੇ ਅਸੀਂ ਪਸ਼ੂ ਬਣ ਕੇ ਵਿਚਰਨੇ ਸ਼ੁਰੂ ਹੋ ਗਏ। ਇੱਥੇ ਸਾਡੀ ਹਾਲਤ ਕਦੀ ਕੁੱਤੇ ਵਰਗੀ ਹੈ, ਦੁਆਰੇ ਦੁਆਰ ਸਵਾਨ ਜਿਉਂ ਡੋਲਤ ਨੈ ਸੁਧਰਾਮ ਭਜਨ ਕੀ। ਇੱਥੇ ਸਾਡੀ ਹਾਲਤ ਕਦੀ ਸੱਪ ਵਰਗੀ ਹੈ, ਕੇਵਲ ਮਾਇਆ ਦੇ ਮੋਹ ਵਿੱਚ ਹੀ ਅਸੀਂ ਚਲੇ ਗਏ। ਇੱਥੇ ਸਾਡੀ ਹਾਲਤ ਕਦੀ ਗਧੇ ਵਰਗੀ ਹੈ, ਕੇਵਲ ਅਸੀਂ ਭਾਰੀ ਢੋਈ 'ਚ। ਇਹ ਹੈ ਜੂਨਾਂ ਵਿੱਚ ਪਰਬਣਾ, ਇਹਨੂੰ ਕਹਿੰਦੇ ਜੂਨਾਂ 'ਚ ਪਰਮਣਾ। ਹੁਣ ਹੀ ਅਸੀਂ ਭਰਮ ਰਹੇ ਹਾਂ, ਜੇ ਹੁਣ ਭਰਮਦੇ ਤੇ ਬਾਅਦ 'ਚ ਕਿਉਂ ਨਹੀਂ ਭਰਮਾਂਗੇ? ਇਸ ਕਰਕੇ ਜਿਉਂਦੇ ਜੀ ਅਸੀਂ ਇਸ ਸੁਰਤ ਵਾਲੇ ਬਣ ਗਏ। ਕਦੀ ਗਧੇ ਵਰਗਾ ਸਾਡਾ ਸੁਭਾਅ, ਕਦੀ ਸਾਡਾ ਸੱਪ ਵਰਗਾ ਸੁਭਾਅ, ਕਦੀ ਸਾਡਾ ਕੁੱਤੇ ਵਰਗਾ ਸੁਭਾਅ, ਕਦੀ ਸਾਡਾ ਰਾਖਸ਼ ਵਰਗਾ ਸੁਭਾਅ। ਕਈ ਤਰ੍ਹਾਂ ਦੀਆਂ ਬੁਰਾਈਆਂ ਸਾਡੇ ਅੰਦਰ। ਜਿੰਨੇ ਆਲੇ ਦੁਆਲੇ ਸਾਡੇ ਜੀਵ ਜੰਤੂ ਤੁਰੇ ਫਿਰਦੇ ਨੇ, ਉਹਨਾਂ ਦੇ ਸਾਰੇ ਔਗਣ ਜਿਹੜੇ ਸਾਡੇ 'ਚ ਆ ਗਏ। ਇਹ ਹੈ ਆਪਾਂ ਜੂਨਾਂ ਵਿੱਚ ਵਿਚਰ ਰਹੇ, ਭਟਕ ਰਹੇ। ਗੁਰੂ ਬਾਬਾ ਜੀ ਕਹਿੰਦੇ ਮਹਾਮਾਦ ਬੇਕਾਰ ਬਾਦਾ ਅਨਕ ਜੋਨ ਪਰਮਹੀਨ। ਬੰਦੇ ਆ ਤੂੰ ਇਸ ਧਰਤੀ ਤੇ ਆ ਕੇ ਵਿਕਾਰਾਂ ਦੇ ਨਸ਼ੇ ਵਿੱਚ ਮਸਤ ਹੋ ਗਿਆ, ਔਗਣਾ ਬੁਰਾਈਆਂ ਵਿੱਚ ਤੂੰ ਵੱਜ ਗਿਆ, ਤੇ ਇਹਦੇ ਸਰਕਾ ਤੂੰ ਕਈ ਜੂਨਾਂ 'ਚ ਭਰਮਣ ਲੱਗ ਪਿਆ, ਭਟਕਣ ਲੱਗ ਪਿਆ। ਇੱਧਰ ਉੱਧਰ ਤੇਰੀ ਸੁਰਤ ਜਿਹੜੀ ਹੈ ਉਹ ਜਾਣ ਲੱਗ ਪਈ। ਜੂਨਾਂ 'ਚ ਸੁਰਤ ਨੇ ਜਾਣਾ ਹੁੰਦਾ। ਆਤਮਾ ਜਿਹੜੀ ਹੈ ਨਾ, ਉਹ ਤੇ ਪ੍ਰਮਾਤਮਾ 'ਚ ਵਿਲੀਨ ਹੋ ਜਾਂਦੀ ਹੈ। ਗੁਰਬਾਣੀ ਦੇ ਬਚਨ ਨੇ ਕਮਨ ਮੂਆ ਰੇ ਕਮਨ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਇਹ ਤਾਂ ਚਲਤ ਪਿਆ, ਕਿਹੜੀ ਚੀਜ਼ ਮਰਨ ਵਾਲੀ ਹੈ? ਸਤਿਗੁਰੂ ਜੀ ਕਹਿੰਦੇ ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ। ਉਹ ਹਵਾ ਹਵਾ 'ਚ ਮਿਲ ਜਾਂਦੀ ਹੈ। ਹਵਾ ਤੇ ਕਦੀ ਮਰਦੀ ਨਹੀਂ ਹੈ, ਹਵਾ ਕਦੀ ਨਹੀਂ ਮਰਦੀ। ਸਾਡਾ ਸਰੀਰ ਪੰਜਾਂ ਤੱਤਾਂ ਦਾ ਬਣਿਆ ਹੈ। ਇਹ ਪੰਜ ਤੱਤ ਨਹੀਂ, ਹਵਾ ਹੈ, ਪਾਣੀ ਹੈ, ਮਿੱਟੀ ਹੈ, ਆਕਾਸ਼ ਹੈ, ਸਾਡੇ ਅੰਦਰ ਰੱਬੀ ਜੋਤ ਹੈ। ਹੁਣ ਹਵਾ ਕਦੀ ਨਹੀਂ ਮਰਦੀ, ਪਾਣੀ ਕਦੀ ਨਹੀਂ ਮਰਦਾ। ਪਾਣੀ ਦੇਖੋ ਹੁਣੇ ਸੂਰਜ ਦੀ ਗਰਮੀ ਨਾਲ ਸੁੱਕੇਗਾ, ਫਿਰ ਭਾਫ ਬਣ ਕੇ ਉੱਡੇਗਾ, ਬੱਦਲ ਬਣੇਗਾ, ਫਿਰ ਧਰਤੀ ਤੇ ਆ ਜਾਏਗਾ। ਪਾਣੀ ਤਾਂ ਖਤਮ ਨਹੀਂ ਹੁੰਦਾ। ਇਹ ਗੱਲ ਵੱਖਰੀ ਹੈ ਕਿ ਜਿਸ ਖਿੱਤੇ ਵਿੱਚ ਅਸੀਂ ਰਹਿ ਰਹੇ ਹਾਂ, ਇੱਥੋਂ ਅਸੀਂ ਪਾਣੀ ਨੂੰ ਖਤਮ ਕਰ ਦਈਏ, ਪਾਣੀ ਹੋਰ ਕਿਤੇ ਚਲਿਆ ਜਾਏਗਾ। ਉਹ ਸਾਡੀ ਦੁਰਵਰਤੋਂ ਕਰਕੇ ਪਾਣੀ ਦੀ ਘਾਟ ਆ ਜਾਏ, ਉਹ ਇੱਕ ਵੱਖਰਾ ਮਸਲਾ ਹੈ। ਲੇਕਿਨ ਪਾਣੀ ਖਤਮ ਨਹੀਂ ਹੁੰਦਾ। ਪਾਣੀ ਤੇ ਓਨਾ ਹੀ ਹੈ, ਜਦ ਦੀ ਧਰਤੀ ਬਣੀ ਓਨਾ ਹੀ ਹੈ ਪਾਣੀ ਧਰਤੀ ਤੇ, ਓਨਾ ਹੀ ਰਹਿਣਾ। ਇਹਨੂੰ ਕੋਈ ਨਹੀਂ ਘਟਾ ਸਕਦਾ। ਨਾ ਅੱਗ ਮਰਦੀ ਹੈ, ਨਾ ਪਾਣੀ ਮਰਦਾ ਹੈ, ਨਾ ਮਿੱਟੀ ਮਰਦੀ। ਮਿੱਟੀ ਵੀ ਉਨੀ ਹੈ, ਧਰਤੀ ਵੀ ਉਨੀ ਹੈ। ਇਹ ਨਹੀਂ ਹੈ ਕਿ ਸਮੁੰਦਰ ਨੇ ਖੋਰਤੀ ਤੇ ਹੁਣ ਇਹ ਸਾਡਾ ਧਰਤੀ ਦਾ ਖਿੱਤਾ ਘਟ ਗਿਆ ਥੋੜਾ ਜਿਹਾ ਟਾਪੂ, ਤੇ ਇਹਦਾ ਮਤਲਬ ਇਹ ਨਹੀਂ ਕਿ ਮਿੱਟੀ ਮਰ ਗਈ ਹੈ। ਉਹ ਕਿਸੇ ਹੋਰ ਰੂਪ ਵਿੱਚ ਜਾ ਕੇ ਪ੍ਰਗਟ ਹੋ ਜਾਏਗੀ, ਕਿਤੇ ਹੋਰ ਧਰਤੀ ਬਣ ਜਾਏਗੀ।
ਇਸ ਕਰਕੇ ਨਾ ਮਿੱਟੀ ਮਰਦੀ ਹੈ, ਨਾ ਪਾਣੀ ਮਰਦਾ ਹੈ, ਨਾ ਹਵਾ ਮਰਦੀ ਹੈ, ਤੇ ਜੋਤ ਤੇ ਮਰਦੀ ਕੋਈ ਨਹੀਂ ਹੈ। ਗੁਰਬਾਣੀ ਦਾ ਇਹ ਨਿਰਣਾ ਕਿ ਮਰਨਹਾਰ ਇਹ ਜੀਅਰਾ ਨਹੀਂ। ਇਹ ਜੀਵ ਜਿਹੜਾ ਹੈ ਨਾ, ਜੇ ਜੀਵ ਸਾਡੇ ਅੰਦਰ ਜਿੰਦ ਜਿਹਨੂੰ ਆਪਾਂ ਕਹਿੰਦੇ ਪ੍ਰਾਣ ਜਾਂ ਐਵੇਂ ਕਹਿ ਲਓ ਜੋਤ, ਇਹ ਮਰਦੀ ਨਹੀਂ ਹੈ ਕਦੀ। ਜੋਤ ਕਦੀ ਨਹੀਂ ਮਰਦੀ। ਹਾਂ, ਇਹ ਗੱਲ ਜ਼ਰੂਰ ਸੀ ਕਿ ਸਾਡੇ ਅੰਦਰ ਜੋਤ ਬੈਠੀ ਹੋਈ ਹੈ। ਸਾਨੂੰ ਸਾਡੇ ਸਤਿਗੁਰੂ ਜੀ ਨੇ ਸਮਝਾਇਆ ਹੈ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਧਰੀ, ਤਾਂ ਤੂੰ ਜਗ ਮੈਂ ਆਇਆ, ਤਾਂ ਤੂੰ ਜਗਤ ਵਿੱਚ ਵਿਚਰੇ ਹੈ। ਉਹ ਜੋਤ ਸਾਡੇ ਅੰਦਰ ਹੈ, ਉਹ ਜੋਤ ਦਾ ਅਸੀਂ ਚਾਨਣ ਨਹੀਂ ਮਾਣ ਸਕੇ, ਇਹ ਸਾਡੀ ਗਲਤੀ ਹੈ। ਉਹ ਜੋਤ ਦਾ ਅਸੀਂ ਆਨੰਦ ਨਹੀਂ ਲੈ ਸਕੇ, ਇਹ ਸਾਡੀ ਕੁਤਾਹੀ ਹੈ। ਲੇਕਿਨ ਜੋਤ ਮਰਦੀ ਨਹੀਂ ਹੈ ਕਦੀ। ਹਾਂ, ਅਸੀਂ ਉਸ ਜੋਤ ਨਾਲ ਜੁੜ ਕੇ ਸਦੀਵੀਂ ਜਿਉਂਦੇ ਹੋ ਸਕਦੇ, ਆਨੰਦ ਮਾਣ ਸਕਦੇ, ਜ਼ਿੰਦਗੀ ਦਾ ਲਾਹਾ ਲੈ ਸਕਦੇ ਹਾਂ। ਪਰ ਹੁੰਦਾ ਕੀ ਹੈ, ਮਨੁੱਖ ਦਾ ਉਸ ਜੋਤ ਵੱਲ ਧਿਆਨ ਨਹੀਂ ਜਾਂਦਾ। ਸਤਿਗੁਰੂ ਜੀ ਨੇ ਕਿਹਾ ਸੀ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਬੰਦਿਆ, ਤੂੰ ਸਰੀਰ ਨਹੀਂ ਹੈ, ਤੂੰ ਅਪਦਾਰਥ ਨਹੀਂ ਹੈ। ਇਹ ਤੇ ਤੇਰੀ ਗੁਜ਼ਰਾਨ ਲਈ ਹੈ ਸਭ ਕੁਝ, ਇਹ ਟਾਈਮ ਪਾਸ ਕਰਨ ਦੇ ਲਈ ਹੈ ਸਭ ਕੁਝ। ਇਹ ਪਦਾਰਥ ਤੇਰੀ ਗੁਜ਼ਰਾਨ ਦੇ ਲਈ ਹੈ, ਲੇਕਿਨ ਪਦਾਰਥਾਂ ਕਰਕੇ ਤੂੰ ਨਹੀਂ ਹੈ। ਜਾਂ ਇਹ ਸਰੀਰ ਨਹੀਂ ਹੈ ਤੂੰ ਕਿ ਸਰੀਰ ਕਰਕੇ ਸਰੀਰ ਹੈ ਤੇ ਤਾਂ ਹੀ ਰਹੇਗਾ ਤੇ ਨਹੀਂ ਰਹੇਗਾ। ਸਰੀਰ ਨਹੀਂ ਹੈ ਤੂੰ, ਨਾ ਤੂੰ ਸਰੀਰ ਹੈ, ਨਾ ਤੂੰ ਮਨ ਹੈ। ਤੂੰ ਤੇ ਦਰਅਸਲ ਅੰਦਰ ਇੱਕ ਜੋਤ ਹੈ, ਜੋਤ ਮਨ, ਤੂੰ ਜੋਤ ਸਰੂਪ ਹੈ, ਤੂੰ ਜੋਤ ਸਰੂਪ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹੁੰਦਾ ਕੀ ਹੈ, ਜਦੋਂ ਬੰਦਾ ਆਪਣੀ ਜ਼ਿੰਦਗੀ ਦੇ ਭੇਦ ਨੂੰ ਨਹੀਂ ਜਾਣਦਾ, ਫਿਰ ਇਸ ਧਰਤੀ ਤੇ ਆ ਕੇ ਮਹਾਮਾਦ ਬੇਕਾਰ ਬਾਦਾ, ਮਾਦ ਮੈਣਾ ਮਦ, ਮਦ ਮੈਣਾ ਨਸ਼ੇ, ਇਹ ਵਿਕਾਰਾਂ ਦੇ ਨਸ਼ਿਆਂ ਵਿੱਚ ਵੱਜ ਜਾਂਦਾ ਹੈ, ਮਸਤ ਹੋ ਜਾਂਦਾ ਹੈ। ਤੇ ਉਸ ਮਸਤੀ ਵਿੱਚ ਇਹਨੂੰ ਆਪਣੀ ਜ਼ਿੰਦਗੀ ਦਾ ਮਨੋਰਥ ਭੁੱਲ ਜਾਂਦਾ ਹੈ। ਬੰਦਾ ਕਿਤੇ ਨਸ਼ਾ ਕਰ ਲੇ ਨਾ, ਤੇ ਨਸ਼ੇ ਵਿੱਚ ਰਾਹ ਹੀ ਭੁੱਲ ਜਾਂਦਾ, ਘਰ ਹੀ ਭੁੱਲ ਜਾਂਦਾ ਆਪਣਾ। ਮਨੁੱਖ ਵੀ ਮਾਇਆ ਦੇ ਨਸ਼ੇ 'ਚ ਆ ਗਿਆ। ਗੁਰਬਾਣੀ ਕਹਿੰਦੀ ਮਾਇਆ ਮਦ ਮਾਤਾ ਹੋਛੀ ਬਾਤਾ। ਮਾਇਆ ਦੀ ਮਸਤੀ ਵਿੱਚ ਆ ਕੇ ਨੇ ਹੋਛੀਆਂ ਜੀਆਂ ਗੱਲਾਂ ਕਰਨੀਆਂ ਸ਼ੁਰੂ ਕਰਦੀਆਂ। ਬੰਦਾ ਉਵੇਂ ਬੜਾ ਮਾਣ ਕਰਦਾ ਹੈ ਕਿ ਮੈਂ ਬੜਾ ਐਜੂਕੇਟ ਹੋ ਗਿਆ। ਪਰ ਦੇਖੋ ਨਾ, ਇਹ ਐਜੂਕੇਟ ਮਨੁੱਖ ਦਾ ਸਮਾਜ ਕੀ ਹੈ ਕਿ ਬੰਦਾ ਹੀ ਬੰਦੇ ਨੂੰ ਮਾਰ ਰਿਹਾ। ਐਜੂਕੇਟ ਲੋਕਾਂ ਦੀ ਗੱਲ ਹੈ। ਇਹ ਐਜੂਕੇਟ ਬੰਦੇ ਦਾ ਸਮਾਜ ਕੀ ਨਸ਼ਿਆਂ ਦੇ ਨਾਲ ਹੀ ਬਰਬਾਦ ਹੋਈ ਜਾ ਰਿਹਾ। ਇਹ ਐਜੂਕੇਟ ਹੈ। ਜਿੰਨਾ ਬੰਦਾ ਸੋਚਦਾ ਕਿ ਮੈਂ ਐਜੂਕੇਟ ਹੋ ਗਿਆ, ਅਮੀਰ ਹੋ ਗਿਆ, ਉਹਨਾਂ ਹੀ ਤੁਸੀਂ ਦੇਖੋ ਨਾ, ਉਹਨਾਂ ਨਗਰਾਂ ਸ਼ਹਿਰਾਂ ਦਾ ਹਾਲ ਉੱਥੇ ਕੀ ਹਾਲਾਤ ਨੇ ਬਣੇ ਹੋਏ। ਉੱਥੇ ਦਿਨੇ ਦੁਪਹਿਰੇ ਕੋਈ ਬੰਦਾ ਜਿਹੜਾ ਨਾ, ਉਹ ਸੁਰੱਖਿਅਤ ਨਹੀਂ ਨਜ਼ਰ ਆ ਸਕਦਾ। ਇਸ ਕਰਕੇ ਇਹ ਐਜੂਕੇਟ ਨਹੀਂ ਹੈ। ਐਜੂਕੇਸ਼ਨ ਤਾਂ ਇਹ ਸੀ ਕਿ ਮਨੁੱਖ ਆਪਣੇ ਸਮਾਜ ਪ੍ਰਤੀ, ਆਪਣੀ ਧਰਤੀ ਪ੍ਰਤੀ, ਆਪਣੀ ਜ਼ਿੰਦਗੀ ਪ੍ਰਤੀ ਅਵੇਅਰ ਹੋ ਜਾਂਦਾ, ਜਾਗਰੂਕ ਹੋ ਜਾਂਦਾ। ਹੁਣ ਅਸੀਂ ਕਹਿੰਦੇ ਬੜੇ ਅਮੀਰ ਸ਼ਹਿਰ 'ਚ ਨੇ ਜੀ, ਲੁਧਿਆਣਾ ਸ਼ਹਿਰ ਅਮੀਰਾਂ ਦਾ। ਤੇ ਜੇ ਸਾਡੀ ਅਮੀਰੀ ਦੇਖਣੀ ਤੇ ਨਹਿਰ ਨੂੰ ਦੇਖ ਲਓ ਤੁਸੀਂ, ਨਹਿਰ ਦੇ ਵਿੱਚ ਕਿੰਨਾ ਕੁ ਗੰਦ ਪਾਇਆ। ਇੱਥੇ ਸਿਆਣੇ ਲੋਕ ਰਹਿੰਦੇ ਨੇ ਕੋਈ। ਜੇ ਹੋਰ ਅਮੀਰੀ ਦੇਖਣੀ ਤੇ ਸਤਲੁਜ ਦਰਿਆ ਦਾ ਇੱਕ ਹਿੱਸਾ ਸਾਡੇ ਸ਼ਹਿਰ ਦੇ ਵਿੱਚ ਦੀ ਨਿਕਲਦਾ ਹੈ, ਜਿਹਨੂੰ ਕਦੀ ਅਸੀਂ ਬੁੱਢਾ ਨਾਲਾ ਕਹਿੰਦੇ ਸਾਂ। ਉਹਨੂੰ ਅਸੀਂ ਪੜ੍ਹੇ ਲਿਖੇ ਜਾਂ ਅਮੀਰ ਲੋਕਾਂ ਨੇ ਗੰਦਾ ਨਾਲਾ ਬਣਾ ਕੇ ਰੱਖ ਦਿੱਤਾ। ਹੁਣ ਅਸੀਂ ਇਹ ਕਹੀਏ ਜੀ ਅਸੀਂ ਨਹੀਂ ਕੀਤਾ, ਇਹ ਹੋਰ ਕੁਝ ਲੋਕ ਨੇ ਜਿਹੜੇ ਕਰਦੇ, ਹੀ ਕਵਾਂਗੇ ਨਾ ਅਸੀਂ। ਸਾਡਾ ਤੇ ਏਰੀਆ ਸਾਫ਼ ਹੈ ਜੀ, ਅਸੀਂ ਨਹੀਂ ਕੀਤਾ। ਮਾਫ਼ ਕਰਨਾ, ਉਹ ਵੀ ਤਾਂ ਕਰਦੇ ਨੇ ਜਦੋਂ ਸਾਡੀ ਸੁਰਤ ਵੀ ਜਿਹੜੀ ਹੈ ਉਹ ਉੱਤਮ ਨਹੀਂ ਹੈ, ਉਹ ਵੀ ਤਾਂ ਕਰਦੇ ਨੇ। ਨਹੀਂ ਤੇ ਉਹ ਵੀ ਨਾ ਇਦਾਂ ਕਰਨ, ਕਿਉਂਕਿ ਜੇ ਸਮਾਜ ਇਹੋ ਜਿਹਾ ਬਣਿਆ ਤੇ ਅਸੀਂ ਬਣਾਇਆ। ਸਮਾਜ ਨੂੰ ਇੱਕ ਮਨੁੱਖ ਨਹੀਂ ਬਣਾਉਂਦਾ, ਸਮਾਜ ਨੂੰ ਅਸੀਂ ਮਿਲ ਕੇ ਬਣਾਉਂਦੇ ਹਾਂ। ਜੇ ਸਾਡੇ ਸ਼ਹਿਰ 'ਚ ਗੰਦਗੀ ਹੈ ਤੇ ਉਹ ਕੋ 1 2 4 ਦਾ ਵਾਸਤਾ ਨਹੀਂ ਹੈ, ਉੱਥੇ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ। ਅਸੀਂ ਅਵੇਅਰ ਨਹੀਂ ਹੈ ਕਿ ਆਪਣੀ ਸ਼ਹਿਰ ਨੂੰ ਰੱਖਣਾ ਕਿਵੇਂ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਮਨੁੱਖ ਤਾਂ ਇੰਨਾ ਜ਼ਿੰਦਗੀ ਦੇ ਅੰਦਰ ਲਾਪਰਵਾਹ ਹੋ ਗਿਆ ਕਿ ਇਹਨੂੰ ਆਪਣੀ ਜ਼ਿੰਦਗੀ ਦਾ, ਇਹਨੂੰ ਆਪਣੀ ਧਰਤੀ ਦਾ, ਇਹਨੂੰ ਧਰਤੀ ਦੇ ਉੱਪਰ এনवायरमेंट ਦਾ ਪਤਾ ਹੀ ਨਹੀਂ ਹੈ। ਇਹ ਤੇ ਮਸਤ ਹੋ ਗਿਆ। ਮਾਇਆ ਮਦ ਮਾਤਾ ਹੋਛੀ ਬਾਤਾ, ਹੋਛੀਆਂ ਦੀਆਂ ਗੱਲਾਂ ਕਰਦਾ। ਨਿੱਕੇ ਨਿੱਕੇ ਬੱਚਿਆਂ ਨੂੰ ਨਾ ਟੋਫੀਆਂ ਦੇ ਕੇ, ਚਾਕਲੇਟ ਦੇ ਕੇ, ਕੋਈ ਖਾਣ ਵਾਲੀ ਚੀਜ਼ ਦੇ ਕੇ ਮਗਰ ਲਗਾ ਲਈਦਾ ਸੀ। ਤੇ ਹੁਣ ਕੀ ਹੈ, ਵੋਟਾਂ ਹੁੰਦੀਆਂ ਤੇ ਸ਼ਰਾਬ ਦੀਆਂ ਬੋਤਲਾਂ ਦੇ ਕੇ ਮਗਰ ਲਗਾ ਲੈਂਦੇ ਨੇ। ਕੋਈ ਫਰਕ ਹੈ? ਉਹ ਨਿੱਕੇ ਬੱਚੇ ਨੂੰ ਨਿੱਕੀ ਚੀਜ਼ ਦਿੱਤੀ, ਇਹ ਵੱਡੇ ਨੂੰ ਕਿਸੇ ਨੂੰ 2000 ਰੁਪਇਆ ਅਕਾਊਂਟ 'ਚ ਪਾ ਦਿੱਤਾ ਤੇ ਚੱਲ ਵੋਟਾਂ ਦੇ ਦਿੱਤੀਆਂ। ਕੀ ਫਰਕ ਹੈ? ਇਹ ਤੇ ਇੱਕੋ ਜਿਹੇ ਨੇ। ਇਹ ਕੋਈ ਸਿਆਣੀਆਂ ਗੱਲਾਂ ਨਹੀਂ ਹੈ, ਇਹ ਡਿੱਗੇ ਹੋਏ ਸਮਾਜ ਦੀਆਂ ਪ੍ਰਤੀਕ ਨੇ। ਜਿਸ ਮੁਲਕ ਦਾ ਸਮਾਜ ਡਿੱਗ ਜਾਏ, ਆਪਣੀ ਵੈਲਿਊ ਨੂੰ ਨਾ ਸਮਝੇ ਜਿਸ ਮਨੁੱਖ ਦਾ ਬੰਦਾ, ਉਹ ਮੁਲਕ ਕਦੀ ਅੱਜ ਵੀ ਗਿਆ ਤੇ ਕੱਲ ਵੀ ਗਿਆ। ਐਵੇਂ ਕੋਈ ਫੰਨੇ ਖਾਂ ਕਹੇ ਜੇ 21ਵੀਂ ਸਦੀ ਸੇ ਚਲੇ ਗਏ, ਬੜੀ ਤਰੱਕੀ ਚੱਲ ਗਈ, ਇਹ ਤਾਂ ਬੜੀ ਮੂਰਖਤਾ ਵਾਲੀ ਗੱਲ ਹੈ। 21ਵੀਂ ਸਦੀ 'ਚ ਜਾਣ ਦੀ ਇਹ ਪਹਿਚਾਣ ਹੋਣੀ ਚਾਹੀਦੀ ਸੀ ਕਿ ਸਾਡਾ ਇਹ ਜਿਹੜਾ ਮੁਲਕ ਹੈ ਨਾ, ਬੇਗੁੰਪਰਾ ਬਣ ਜਾਂਦਾ। ਇੱਥੇ ਕੋਈ ਭੁੱਖਾ ਨਾ ਰਹਿੰਦਾ, ਇੱਥੇ ਕੋਈ ਦੁਖੀ ਨਾ ਰਹਿੰਦਾ,
ਇੱਥੇ ਡਾਕਟਰਾਂ ਨੂੰ ਸੜਕਾਂ ਤੇ ਨਾ ਬਹਿਣਾ ਪੈਂਦਾ, ਇੱਥੇ ਟੀਚਰਾਂ ਨੂੰ ਸੜਕਾਂ ਤੇ ਨਾ ਬਹਿਣਾ ਪੈਂਦਾ। ਕਿਸੇ ਸਮਾਜ ਦੀ, ਮੁਲਕ ਦੀ ਸਥਿਤੀ ਜੇ ਤੁਸੀਂ ਦੇਖਣੀ ਹੈ ਤੇ ਉਹਨਾਂ ਦੇ ਟੀਚਰਾਂ ਤੋਂ ਅੰਦਾਜ਼ਾ ਲਾਓ ਕਿ ਉਹਨਾਂ ਦਾ ਕੀ ਹਾਲ ਹੈ, ਉਹਨਾਂ ਦੇ ਡਾਕਟਰਾਂ ਤੋਂ ਅੰਦਾਜ਼ਾ ਲਾਓ ਕਿ ਉਹਨਾਂ ਦਾ ਕੀ ਹਾਲ ਹੈ। ਹੁਣ ਜਿਹੜੇ ਡਾਕਟਰ ਕਰੋਨਾ ਮਹਾਮਾਰੀ ਦੇ ਵਿੱਚ ਆਪਣੀ ਜਿੰਦ ਜਾਨ ਲਗਾ ਕੇ ਲੋਕਾਂ ਨੂੰ ਬਚਾਉਂਦੇ ਰਹੇ, ਜੇ ਉਹਨਾਂ ਨੂੰ ਵੀ ਆਪਣੇ ਹੱਕ ਹਕੂਕ ਲੈਣ ਦੇ ਲਈ ਸੜਕਾਂ ਤੇ ਬਹਿਣਾ ਪਏਗਾ ਤੇ ਬਾਕੀ ਦਾ ਕੀ ਹਾਲ ਹੋਏਗਾ। ਇੱਥੋਂ ਹੀ ਤੁਸੀਂ ਅੰਦਾਜ਼ਾ ਲਗਾ ਲਓਗੇ ਕਿ ਕੀ ਪ੍ਰਬੰਧ ਹੈ ਸਾਡਾ, ਜੇ ਅਸੀਂ ਕਿੰਨੇ ਕੋ 21ਵੀਂ ਸਦੀ 'ਚ ਪਹੁੰਚੇ ਹੋਏ ਹਾਂ। ਅਸੀਂ 21ਵੀਂ ਸਦੀ ਨਹੀਂ ਹੈ, ਅਸੀਂ ਤੇ ਬਹੁਤ ਪਛੜਦੇ ਚਲੇ ਜਾਂਦੇ, ਸਗੋਂ ਪਛੜੇ ਹੋਏ ਲੋਕ ਸਾਡੇ ਨਾਲੋਂ ਬਹੁਤ ਚੰਗੇ ਸਨ, ਬਹੁਤ ਚੰਗੇ ਸਨ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਬੰਦਾ ਹੋਸ਼ੀਆਂ ਗੱਲਾਂ 'ਚ ਪੈ ਗਿਆ, ਔਗਣਾਂ ਵਾਲੇ ਬੰਨੇ ਲੱਗ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮਹਾਮਾਦ ਵਿਕਾਰ ਬਾਦਾ ਅਨਕ ਜੋਨ ਪਰਮੀਨ। ਉਹ ਬੰਦਿਆ, ਤੂੰ ਤੇ ਮਾਇਆ ਦੀ ਮਸਤੀ ਵਿੱਚ, ਵਿਕਾਰਾਂ ਦੀ ਮਸਤੀ ਵਿੱਚ, ਬੰਧਨਾਂ 'ਚ ਵੱਜ ਗਿਆ। ਇਸ ਕਰਕੇ ਤੂੰ ਅਨੇਕਾਂ ਜੂਨਾਂ ਵਿੱਚ ਭਰਮੀਣ ਭਰਮਣ ਲੱਗ ਪਿਆ। ਤੂੰ ਕਦੀ ਰਿਛ ਦੀ ਜੂਨ 'ਚ, ਕਦੀ ਗਧੇ ਦੀ ਜੂਨ ਵਿੱਚ, ਕਦੀ ਤੇਰਾ ਸੁਭਾਅ। ਹੁਣ ਰਿਛ ਦੀ ਜੂਨ ਦਾ ਕੀ ਅਰਥ ਹੈ? ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਜ਼ਿੰਦਗੀ ਦੀ ਇੱਕ ਘਟਨਾ ਹੁੰਦੀ ਹੈ ਨਾ ਕਿ ਭਾਈ ਕੀਰਤੀਆ ਸਤਿਗੁਰੂ ਜੀ ਨੂੰ ਚੌਰ ਕਰ ਰਹੇ ਨੇ, ਇੱਕ ਰਿਛ ਵਾਲਾ ਆਇਆ, ਉਹ ਸਤਿਗੁਰੂ ਜੀ ਨੂੰ ਕਹਿੰਦਾ ਜੀ ਤੁਹਾਨੂੰ ਰਿਛ ਦਾ ਮੈਂ ਨਾਚ ਦਿਖਾਉਣਾ। ਸਤਿਗੁਰੂ ਜੀ ਬਾਹਰ ਆ ਗਏ। ਉਹ ਜਦੋਂ ਰਿਛ ਨੱਚ ਰਿਹਾ, ਸਾਰੇ ਹੱਸ ਰਹੇ, ਕੀਰਤੀਆ ਵੀ ਹੱਸ ਰਿਹਾ, ਤੇ ਉਹਦੇ ਹੱਥੋਂ ਚੌਰ ਡਿੱਗ ਗਈ। ਸਤਿਗੁਰੂ ਜੀ ਕਹਿੰਦੇ ਭਲਾ ਇਹ ਕੌਣ ਹੈ? ਕਹਿੰਦਾ ਜੀ ਰਿਛ ਹੀ ਹੈ, ਹੋਰ ਕੀ ਹੈ। ਸਤਿਗੁਰੂ ਜੀ ਕਹਿੰਦੇ ਤੇਰਾ ਬਾਪ ਹੈ ਸੋਭਾ ਰਾਮ। ਨਾਰਾਜ਼ ਹੋ ਗਿਆ ਕੀਰਤੀਆ, ਮਹਾਰਾਜ ਜੀ ਮੇਰਾ ਬਾਪੂ ਰਿਛ ਬਣਿਆ, ਇਹਨਾਂ ਚਿਰ ਸੇਵਾ ਕਰਦੇ ਮੈਂ ਬਾਂਦਰ ਬਣਾਂਗਾ। ਸਤਿਗੁਰੂ ਜੀ ਕਹਿੰਦੇ ਜਿੰਨੇ ਰਿਛ ਵਾਲਾ ਕਰਮ ਕੀਤਾ ਉਹ ਰਿਛ ਬਣ ਗਿਆ, ਤੂੰ ਬਾਂਦਰਾਂ ਵਾਲੀ ਕਰੇਗਾ ਤੇ ਬਾਂਦਰ ਹੀ ਬਣ ਜਾਏਗਾ, ਹੋਰ ਕੀ ਬਣੇਗਾ। ਤੇਰਾ ਬਾਪੂ ਰਿਛ ਪਤਾ ਕਿਉਂ ਬਣਿਆ? ਰਿਛ ਦਾ ਅਰਥ ਕੀ? ਇੱਕ ਆਮ ਕਹਾਵਤ, ਰਿਛ ਵਾਲਾ ਜਫਾ ਹੀ ਮਾਰ ਕੇ ਬੈਠ ਜਾਣਾ ਕਿਤੇ ਕਿ ਮੇਰਾ ਹੀ ਹੈ ਸਭ ਕੁਝ। ਤੇਰਾ ਬਾਪੂ ਸੋਭਾ ਰਾਮ ਗੁਰੂ ਘਰ ਸੇਵਾ ਕਰਦਾ ਹੈ, ਦੇਗ ਵਰਤਾਉਂਦਾ ਹੈ। ਇੱਕ ਕਿਰਤੀ ਬੰਦਾ ਬਾਹਰੋਂ ਆ ਗਿਆ ਭੱਜਾ ਭੱਜਾ ਕਿ ਚਲੋ ਮੈਂ ਜਾਂਦਾ ਜਾਂਦਾ ਦੇਗ ਲਵਾਂ, ਗੁਰੂ ਕੇ ਸੰਗਤ ਦੇ ਦੀਦਾਰ ਕਰ ਲਵਾਂ। ਜਦੋਂ ਦੇਗ ਮੰਗਣ ਲਾ, ਤੇਰਾ ਬਾਪੂ ਕਹਿੰਦਾ ਬਹਿ ਜਾ ਰਿਛ ਵਾਂਗੂ ਤੜਫੀ ਚਲਿਆ ਜਾਂਦਾ, ਟੱਪੀ ਚਲਿਆ ਜਾਂਦਾ। ਉਹ ਸਿੱਖ ਨੇ ਫਿਰ ਗਿਆ, ਉਹ ਮੇਰੇ ਪਸ਼ੂ ਅੱਗੇ ਚਲੇ ਜਾਣੇ, ਜਲਦੀ ਮੈਨੂੰ ਦੇਗ ਦੇ ਦੇ। ਪਰ ਤੇਰੇ ਬਾਪੂ ਨੇ ਫਿਰ ਉਹੀ ਗੱਲ ਦੁਹਰਾਈ ਕਿ ਬਹਿ ਜਾ ਰਿਛ ਵਾਂਗੂ ਕਾਨੂੰ ਤੂੰ ਟੱਪੀ ਚਲਿਆ ਜਾਂਦਾ। ਤੇ ਉਸ ਸਿਦਕੀ ਜੇ ਬੰਦੇ ਨੇ ਥੱਲਿਓਂ ਇੱਕ ਕਣਕਾ ਚੁੱਕਿਆ, ਲੈ ਕੇ ਚੱਲਦਾ ਜਾਣ ਲੱਗਿਆ, ਰਿਛ ਤੇ ਤੂੰ ਹੈ ਜਿਹੜਾ ਜੱਫਾ ਹੀ ਮਾਰ ਕੇ ਬੈਠ ਗਿਆ। ਰਿਛ ਦਾ ਜੱਫਾ ਮਸ਼ਹੂਰ ਹੈ। ਤੇ ਹੁਣ ਜੇ ਅਸੀਂ ਆਪਣੇ ਸਮਾਜ ਵਿੱਚ ਆਲੇ ਦੁਆਲੇ ਨਜ਼ਰ ਮਾਰੀਏ, ਕਿੰਨੇ ਰਿਛ ਬੈਠੇ ਜੱਫੇ ਮਾਰ ਕੇ। ਉਹ ਕਹਿੰਦੇ ਦੁਨੀਆ ਮਰ ਜੇ ਪਰ ਅਸੀਂ ਜੱਫਾ ਨਹੀਂ ਛੱਡਣਾ, ਸਾਡਾ ਅਧਿਕਾਰ ਰਹਿਣਾ ਚਾਹੀਦਾ। ਸਮਾਜ ਬਰਬਾਦ ਹੋ ਜਾਏ, ਧਰਤੀ ਬਰਬਾਦ ਹੋ ਜਾਏ, ਪਰ ਸਾਡਾ ਅਧਿਕਾਰ ਬਣਿਆ ਰਹਿਣਾ ਚਾਹੀਦਾ। ਇਹਨੂੰ ਤੇ ਰਿਛ ਦੀ ਜੂਨ ਕਿਹਾ ਜਾਂਦਾ, ਰਿਛ ਵਾਂਗੂ ਜੱਫਾ ਮਾਰ ਕੇ ਬੈਠੇ ਰਹਿਣਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਅਨਕ ਜੋਨ ਪਰਮੀਨ। ਉਹ ਬੰਦਿਆ ਤੂੰ ਤੇ ਪਰਮਾਤਮਾ ਨੂੰ ਭੁਲਾ ਕੇ ਕਈ ਜੂਨਾਂ 'ਚ ਭਟਕਣ ਲੱਗ ਪਿਆ, ਕਈ ਤੇਰੇ ਸੁਭਾਅ ਬਣਨੇ ਸ਼ੁਰੂ ਹੋ ਗਏ, ਤੇਰੀ ਕਰਨੀ ਜਿਹੜੀ ਹੈ ਉਹ ਪਸ਼ੂਆਂ ਵਾਲੀ ਬਣ ਗਈ। ਗੋਬਿੰਦ ਵਿਸਰੇ ਕਮਨ ਦੁੱਖ ਗਣੀਐ, ਸੁਖ ਨਾਨਕ ਹਰ ਪਦ ਚੀਨ। ਸਤਿਗੁਰੂ ਜੀ ਕਹਿੰਦੇ ਉਹ ਬੰਦਿਆ ਪਰਮਾਤਮਾ ਨੂੰ ਭੁਲਾ ਕੇ ਕਿੰਨੇ ਕੁ ਦੁੱਖ ਮਿਲਦੇ, ਇੱਥੇ ਬਿਆਨ ਨਹੀਂ ਕੀਤੇ ਜਾ ਸਕਦੇ। ਗੁਰਬਾਣੀ ਕਹਿੰਦੀ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ। ਪਰਮਾਤਮਾ ਨੂੰ ਭੁੱਲਣ ਕਰਕੇ ਸਾਰੇ ਰੋਗ ਜਿਹੜੇ ਨੇ ਆਪਣੇ ਆਪ ਹੀ ਲੱਗ ਜਾਂਦੇ ਨੇ। ਸਾਡੇ ਦੁੱਖਾਂ ਦਾ ਕਾਰਨ ਪਰਮਾਤਮਾ ਨਹੀਂ ਹੈ, ਸਾਡੇ ਦੁੱਖਾਂ ਦਾ ਕਾਰਨ ਕੋਈ ਮਨੁੱਖ ਨਹੀਂ ਹੈ, ਸਾਡੇ ਦੁੱਖਾਂ ਦਾ ਕਾਰਨ ਕੋਈ ਵਸਤੂ ਜਾਂ ਥਾਂ ਨਹੀਂ ਹੈ ਜਿਹੜਾ ਕਹਿੰਦੇ ਜੀ ਐਸ ਘਰ 'ਚ ਤੂੰ ਰਹਿਣਾ ਤਾਂ ਤੈਨੂੰ ਇਹ ਦੁੱਖ ਮਿਲ ਰਹੇ ਨੇ। ਇਹ ਨਿਰੋਲ ਮੂਰਖਤਾ ਹੈ, ਮਨਮਤ ਹੈ। ਕੋਈ ਘਰ ਦੁੱਖਾਂ ਦਾ ਕਾਰਨ ਨਹੀਂ ਹੈ। ਜਿਹੜਾ ਕਹਿੰਦੇ ਜੀ ਤੂੰ ਇਸ ਜਗ੍ਹਾ ਤੇ ਆਇਆ, ਸ਼ਹਿਰ 'ਚ ਆਇਆ ਤਾਂ ਤੇਰਾ ਕੰਮਕਾਰ ਨਹੀਂ ਚੱਲਿਆ, ਇਹ ਵੀ ਬੇਵਕੂਫੀ ਹੈ, ਕੋਈ ਸਿਆਣਪ ਨਹੀਂ ਹੈ। ਸਾਡੇ ਦੁੱਖਾਂ ਦਾ ਕਾਰਨ ਕੇਵਲ ਸਾਡੇ ਜੀਉਣ ਦਾ ਸਟਾਈਲ ਹੈ, ਸਾਡੀ ਜ਼ਿੰਦਗੀ ਦਾ ਜੀਉਣ ਦਾ ਢੰਗ ਹੈ। ਗੁਰਬਾਣੀ ਦਾ ਇੱਕ ਬਚਨ ਹੈ ਕਿ ਨਾਮ ਬਿਨਾ ਦੁੱਖ ਪਾਵੇ ਹਰ ਕੇ, ਨਾਮ ਬਿਨਾ ਦੁੱਖ ਪਾਵੇ, ਨਾਮ ਬਿਨਾ ਦੁੱਖ ਪਾਵੇ ਹਰ ਕੇ, ਨਾਮ ਬਿਨਾ ਦੁੱਖ ਪਾਵੇ, ਨਾਮ ਬਿਨਾ ਦੁੱਖ। ਭਗਤ ਬਿਨਾ ਸਹਿਸਾ ਨਹੀਂ ਚੁਕੈ, ਭਗਤ ਬਿਨਾ ਸਹਿਸਾ ਨਹੀਂ ਚੁਕੈ। ਗੁਰ ਇਹ ਭੇਦ ਬਤਾਵੇ, ਹਰ ਕੇ ਨਾਮ ਬਿਨਾ ਦੁਖ ਪਾਵੇ, ਨਾਮ ਬਿਨਾ ਦੁਖ ਪਾਵੇ,
ਹਰ ਕੇ ਨਾਮ ਬਿਨਾ ਦੁਖ ਪਾਵੈ, ਨਾਮ ਬਿਨਾ ਦੁਖ ਸਤਿਗੁਰੂ ਸਾਹਿਬ ਜੀ ਕਹਿੰਦੇ ਗੋਬਿੰਦ ਵਿਸਰੇ ਕਵਨ ਦੁਖ ਗਨੀ ਹੈ। ਜਦੋਂ ਤੂੰ ਪਰਮਾਤਮਾ ਨੂੰ ਭੁਲਾ ਦੇਵੇਂਗਾ, ਸਤਿਗੁਰੂ ਜੀ ਕਹਿੰਦੇ ਕਿੰਨੇ ਕੁ ਦੁੱਖ ਹੋਣੇ ਗਿਣੇ ਨਹੀਂ ਜਾ ਸਕਦੇ। ਗੁਰਬਾਣੀ ਦਾ ਬਚਨ ਹੈ ਕਿ ਜਦੋਂ ਅਸੀਂ ਪਰਮਾਤਮਾ ਨੂੰ ਭੁਲਾਉਂਦੇ ਕਿਤੜਾ ਦੁੱਖ ਗਣਾ, ਕਿੰਨੇ ਕੁ ਦੁੱਖ ਹੁੰਦੇ ਨੇ, ਗਿਣਤੀ ਨਹੀਂ ਕੀਤੀ ਜਾ ਸਕਦੀ। ਤੇ ਜੇ ਪਰਮਾਤਮਾ ਦੇ ਪਿਆਰ ਜੁੜਦੇ ਆ, ਚੇਤ ਗੋਬਿੰਦ ਅਰਾਧੀਏ ਹੋਵੇ ਆਨੰਦ ਘਣਾ, ਫਿਰ ਘਣਾ ਸੁੱਖ ਮਿਲਦਾ ਹੈ, ਬੇਅੰਤ ਸੁੱਖ ਮਿਲਦੇ ਨੇ। ਜੇ ਪਰਮਾਤਮਾ ਨੂੰ ਭੁਲਾ ਦਈਏ ਫਿਰ ਬੇਅੰਤ ਦੁੱਖ ਮਿਲਦੇ ਨੇ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਗੋਬਿੰਦ ਵਿਸਰੇ ਕਵਨ ਦੁੱਖ ਗਨੀ ਹੈ। ਬੰਦਿਆ ਜਦੋਂ ਗੋਬਿੰਦ ਨੂੰ ਪਰਮਾਤਮਾ ਨੂੰ ਅਸੀਂ ਭੁਲਾ ਹੀ ਦਿੱਤਾ ਹੈ, ਕਿੰਨੇ ਕੁ ਦੁੱਖ ਮਿਲਦੇ ਤੇ ਗਿਣੇ ਨਹੀਂ ਜਾ ਸਕਦੇ। ਇਵੇਂ ਕਹਿ ਲਓ ਕਿ ਜ਼ਿੰਦਗੀ 'ਚ ਜਦੋਂ ਅਸੀਂ ਰੱਬ ਤੋਂ ਬੇਮੁਖ ਹੁੰਦੇ ਫਿਰ ਦੁੱਖ ਹੀ ਦੁੱਖ ਨੇ, ਹੋਰ ਕੋਈ ਰਸਤਾ ਨਹੀਂ ਹੈ। ਤੇ ਨਾ ਸੁੱਖ ਨਾਨਕ ਹਰ ਪਦ ਚੀਨ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੈ ਭਾਈ, ਜੇ ਸੁੱਖ ਮੰਨਣਾ, ਆਨੰਦ ਮੰਨਣਾ, ਹਰ ਪਦ ਚੀਨ। ਪਦ ਮਹਿਣਾ ਅਸੀਂ ਪੈਰ ਕਰਦੇ ਚਰਨ, ਇੱਥੇ ਚਰਨ ਦਾ ਅਰਥ ਹੈ ਵਾਹਿਗੁਰੂ ਜੀ ਦਾ ਨਾਮ, ਵਾਹਿਗੁਰੂ ਜੀ ਦੇ ਚਰਨ। ਹੇ ਭਾਈ, ਜੇ ਤੂੰ ਵਾਹਿਗੁਰੂ ਜੀ ਦੇ ਪਦ ਚੀਨ ਦਾ ਅਰਥ ਹੁੰਦਾ ਪਹਿਚਾਨਣਾ, ਜਾਣਨਾ, ਉਹਨਾਂ ਨਾਲ ਸਾਂਝ ਪਾਉਣੀ। ਜੇ ਤੂੰ ਵਾਹਿਗੁਰੂ ਜੀ ਦੇ ਚਰਨਾਂ ਨਾਲ ਸਾਂਝ ਪਾਏਗਾ, ਤੈਨੂੰ ਸੁੱਖ ਮਿਲੇਗਾ, ਆਨੰਦ ਮਿਲੇਗਾ। ਸੂਰਜ ਦੇ ਸਾਹਮਣੇ ਆਓਗੇ, ਚਾਨਣੀ ਚਾਨਣ ਮਿਲੇਗਾ। ਜਿਉਂ-ਜਿਉਂ ਪਹਾੜ ਵੱਲ ਨੂੰ ਵੱਧਦੇ ਜਾਓਗੇ ਤਿਉਂ-ਤਿਉਂ ਤੁਹਾਨੂੰ ਠੰਡ ਮਿਲੇਗੀ। ਜਿਉਂ-ਜਿਉਂ ਪਰਮਾਤਮਾ ਵਾਲੇ ਬੰਨੇ ਹੁੰਦੇ ਜਾਓਗੇ, ਜ਼ਿੰਦਗੀ ਚੰਗੇ ਉੱਤਮ ਕਰਮ ਕਰਦੇ ਜਾਓਗੇ, ਚੰਗੇ ਭਲੇ ਕਰਮ ਕਰਦੇ ਜਾਓਗੇ, ਆਪਣੇ ਆਪ ਸੁੱਖ ਹੋਣਾ ਸ਼ੁਰੂ ਹੋ ਜਾਏਗਾ। ਸੁੱਖ ਕਿਸੇ ਮਨੁੱਖ ਨੇ ਨਹੀਂ ਦੇਣਾ, ਸੁੱਖ ਕਿਸੇ ਵਸਤੂ ਨੇ ਨਹੀਂ ਦੇਣਾ। ਆਪਾਂ ਦੇਖਦੇ ਹਾਂ ਵੱਡੇ ਵੱਡੇ ਵੱਡ ਪਰਿਵਾਰੀ ਵੀ ਬੜੇ ਦੁਖੀ ਹੁੰਦੇ ਨੇ, ਔਰ ਜਿਨ੍ਹਾਂ ਦੇ ਆਲੇ ਦੁਆਲੇ ਇੰਨੇ ਲੋਕ ਬੈਠੇ ਨੇ, ਉਹਨਾਂ ਦੀ ਸੇਵਾ ਦੇ ਲਈ, ਜੀ ਹਜ਼ੂਰੀ ਲਈ, ਉਹ ਵੀ ਬੜੇ ਪਰੇਸ਼ਾਨ ਹੁੰਦੇ ਨੇ। ਜੇ ਬੰਦਿਆਂ ਨੇ ਹੀ ਸੁੱਖ ਦੇਣਾ ਹੋਏ ਤਾਂ ਜਿਨ੍ਹਾਂ ਦੇ ਕੋਲ ਬੇਅੰਤ ਪਦਾਰਥ ਨੇ ਉਹ ਵੀ ਪਰੇਸ਼ਾਨ ਨਜ਼ਰ ਆਉਂਦੇ ਨੇ। ਜਿਨ੍ਹਾਂ ਦੇ ਕੋਲ ਵੱਡੀਆਂ ਵੱਡੀਆਂ ਡਿਗਰੀਆਂ ਨੇ ਉਹ ਵੀ ਪਰੇਸ਼ਾਨ ਨਜ਼ਰ ਆਉਂਦੇ ਨੇ। ਇਹਦਾ ਮਤਲਬ ਕਿ ਸੁੱਖ ਇਹਨਾਂ ਬਾਹਰਲੇ ਸਾਧਨਾਂ 'ਚ ਨਹੀਂ, ਇਹ ਸਾਡੀ ਗੁਜਰਾਨ ਹੈ, ਇਹ ਵੀ ਚਾਹੀਦੇ ਨੇ। ਪਰ ਜਿੱਥੋਂ ਤੱਕ ਸੁੱਖ ਦੀ ਗੱਲ ਹੈ, ਸੁੱਖ ਹੈ ਜ਼ਿੰਦਗੀ ਦੇ ਅਸੂਲਾਂ ਅਨੁਸਾਰ ਜੀਵਨ ਬਤੀਤ ਕਰਕੇ। ਜਦੋਂ ਹਰ ਪਦ ਚੀਨ ਦੀ ਗੱਲ ਸਤਿਗੁਰੂ ਜੀ ਨੇ ਕਹੀ ਹੈ, ਉਹਦਾ ਅਰਥ ਹੈ ਕਿ ਉਹ ਪ੍ਰਮਾਤਮਾ ਦੇ ਪਿਆਰ 'ਚ ਜੁੜ ਕੇ ਜੋ ਜ਼ਿੰਦਗੀ ਦੇ ਗੁਣ ਨੇ ਉਹਨਾਂ ਨੂੰ ਆਪਾਂ ਗ੍ਰਹਿਣ ਕਰ ਲਈਏ। ਦੇਖੋ ਵਾਹਿਗੁਰੂ ਜੀ ਨੇ ਐਡਾ ਵੱਡਾ ਇਹ ਜਗਤ ਬਣਾਇਆ ਹੈ, ਇਹ ਜਗਤ ਦਾ ਕੋਈ ਵਿਧੀ ਵਿਧਾਨ ਵੀ ਹੈ ਨਾ, ਕੋਈ ਕਾਇਦਾ ਕਾਨੂੰਨ ਵੀ ਹੈ। ਇਹ ਇਸ ਕਾਇਦੇ ਕਾਨੂੰਨ ਦੇ ਸਿਰ ਤੇ ਸਾਰੀ ਧਰਤੀ ਚੱਲ ਰਹੀ ਹੈ। ਜਦੋਂ ਗੁਰਬਾਣੀ ਕਹਿੰਦੀ ਗਾਵਨ ਤੁਧਨੋਂ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ, ਗਾਵਨ ਤੁਨੋਂ ਚਿੱਤ ਗੁਰਤ ਲਿਖ ਜਾਣਨ ਲਿਖ ਲੈ ਧਰਮ ਵਿਚਾਰੇ, ਉਦੋਂ ਇਹਦਾ ਅਰਥ ਇਹ ਹੈ ਕਿ ਇਹ ਹਵਾ ਕਿਸੇ ਨਿਯਮ ਚੱਲ ਰਹੀ, ਸਿਸਟਮ ਚੱਲ ਰਹੀ ਹੈ। ਇਹ ਧਰਤੀ ਬਿਨਾਂ ਥੰਮਾਂ ਤੋਂ ਖੜੀ ਹੈ, ਇਹ ਕਿਸੇ ਕਾਨੂੰਨ ਵਿੱਚ ਖੜੀ ਹੈ, ਕਿਸੇ ਨਿਯਮ ਦੇ ਵਿੱਚ ਖੜੀ ਹੈ। ਉਸ ਨਿਯਮ ਤੋਂ ਬਾਹਰ ਇਹ ਧਰਤੀ ਖੜੀ ਨਹੀਂ ਹੋ ਸਕਦੀ। ਇਸ ਕਰਕੇ ਮਨੁੱਖ ਵੀ ਜ਼ਿੰਦਗੀ ਅੰਦਰ ਸੁਖੀ ਉਦੋਂ ਹੋਵੇਗਾ ਜਦੋਂ ਜ਼ਿੰਦਗੀ ਜਿਉਣ ਦੀ ਇਹਨੂੰ ਜਾਂਚ ਆ ਜਾਏਗੀ। ਉਹ ਜੀਵਨ ਦੀ ਜਾਂਚ ਮਿਲਣੀ ਹੈ ਗੁਰੂ ਪਾਸੋਂ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਬੰਦਿਆ ਤੂੰ ਕਿਹੜੀ ਮੱਤ ਧਾਰਨ ਕਰ ਲਈ? ਪਾਪੀ ਰੇ ਪਾਪੀ ਤੇ ਕਮਨ ਕੀ ਮਤ ਲੀਨ, ਨਿਮਖ ਘੜੀ ਨਾ ਸਿਮਰ ਸੁਆਮੀ ਜੀਓ ਪਿੰਡ ਜਨ ਜੀਨ। ਉਹ ਪਾਪੀ ਬੰਦਿਆ ਤੂੰ ਕਿਹੜੀ ਮਤ ਗ੍ਰਹਿਣ ਕਰ ਲਈ ਹੈ? ਤੂੰ ਇੱਕ ਨਿਮਖ ਭਰ ਵੀ ਸਮੇਂ ਲਈ ਕਦੀ ਪਰਮਾਤਮਾ ਨੂੰ ਚੇਤੇ ਨਹੀਂ ਕੀਤਾ, ਜਿਹਨੇ ਤੈਨੂੰ ਜ਼ਿੰਦਗੀ ਦਿੱਤੀ ਹੈ। ਇਹਦਾ ਮਤਲਬ ਕਿ ਮਤ ਦੇ ਨਾਲ ਹੀ ਸਾਨੂੰ ਸੁੱਖ ਮਿਲਣਾ। ਜੇ ਮਤ ਮਾੜੀ ਹੋਏਗੀ, ਅਸੀਂ ਮਾੜੇ ਕੰਮ ਕਰਾਂਗੇ, ਫਿਰ ਸਾਨੂੰ ਦੁੱਖਾਂ ਤੋਂ ਕੋਈ ਬਚਾ ਨਹੀਂ ਸਕੇਗਾ। ਜੇ ਸਾਡੀ ਮਤ ਉਜਲ ਹੋਏਗੀ, ਮਹਾਨ ਹੋਏਗੀ, ਫਿਰ ਸਾਡੇ ਸੁੱਖ ਕੋਈ ਖੋ ਨਹੀਂ ਸਕੇਗਾ। ਗੁਰਬਾਣੀ ਨੇ ਵਾਰ-ਵਾਰ ਸਾਨੂੰ ਇਹ ਗੱਲ ਕਹੀ ਹੈ ਕਿ ਆਪਣੀ ਮਤ ਜਿਹੜੀ ਹੈ ਉਹ ਤਿਆਗ ਕੇ ਗੁਰੂ ਕੀ ਮਤ ਗ੍ਰਹਿਣ ਕਰੋ। ਗੁਰੂ ਕੀ ਮਤ ਤੁਲੇ ਇਆਨੇ, ਭਗਤ ਬਿਨਾ ਬੋ ਡੂਬੇ ਸਿਆਨੇ। ਭਾਈ ਗੁਰੂ ਕੀ ਮਤ ਗ੍ਰਹਿਣ ਕਰ। ਸਾਡੀ ਮਤ ਥੋੜੀ ਹੈ, ਸਾਡੀ ਮਤ ਮੈਲੀ ਹੈ, ਨੀਵੀਂ ਹੈ। ਉਜਲ ਮਤ ਗੁਰੂ ਪਾਸੋਂ ਮਿਲਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਇੱਕ ਗਰੰਟੀ ਦਿੱਤੀ ਹੈ, ਜੇ ਅਸੀਂ ਆਪਣੀ ਮਤ ਤਿਆਗ ਦਈਏ, ਗੁਰੂ ਕੀ ਮਤ ਤੇ ਚੱਲਣ ਲੱਗ ਪਈਏ, ਰੱਬ ਤਾਂ ਸਾਡੇ ਨੇੜੇ ਹੀ ਹੈ। ਸਤਿਗੁਰੂ ਜੀ ਦੇ ਇਹ ਪਵਿੱਤਰ ਬਚਨ ਕਿ ਤਿਆਗੇ ਮਨ ਕੀ ਮਤੜੀ, ਵਿਸਾਰੇ ਦੂਜਾ ਭਾਉ ਜੀਓ, ਇਉਂ ਪਾਵੇ ਹਰ ਦਰਸਾਵੜਾ, ਨ ਲੱਗੇ ਤਤੀ ਵਾਹ ਜੀਓ। ਮਤ ਤਿਆਗਣੀ ਹੀ ਔਖੀ ਹੈ, ਹੋਰ ਕੰਮ ਬੰਦਾ ਸਾਰੇ ਕਰਨ ਨੂੰ ਤਿਆਰ ਹੈ, ਧਨ ਵੀ ਵਾਰ ਦੇਵੇਗਾ। ਇੱਥੋਂ ਤੱਕ ਕਈ ਵਾਰੀ ਬੰਦਾ ਨਾ ਆਪਣੀ ਜ਼ਿੰਦਗੀ ਵੀ ਕੁਰਬਾਨ ਕਰ ਦਿੰਦਾ।
ਦੇਖਦੀਆਂ ਲੜਾਈਆਂ ਹੁੰਦੀਆਂ ਨੇ, ਲੜਦਿਆਂ ਲੜਦਿਆਂ ਇੱਧਰ ਉੱਧਰ ਕਤਲ ਹੋ ਜਾਂਦੇ ਨੇ। ਹੰਕਾਰ ਦੇ ਵਿੱਚ ਹੈ ਨਾ, ਸਮਝ ਨਾ ਹੋਣ ਕਰਕੇ ਇੱਕ ਦੂਜੇ ਦੇ ਕਤਲ ਹੁੰਦੇ ਨੇ। ਬੰਦਾ ਉੱਥੇ ਮਤ ਲੈਣ ਲਈ ਤਿਆਰ ਨਹੀਂ, ਸਰੀਰ ਛੱਡ ਦਿੰਦਾ ਹੈ, ਆਪਣੀ ਮਤ, ਆਪਣੀ ਹੰਕਾਰ ਵਾਲੀ ਮਤ ਛੱਡਣ ਲਈ ਤਿਆਰ ਨਹੀਂ ਹੈ। ਸਤਿਗੁਰੂ ਜੀ ਕਹਿੰਦੇ, ਬੰਦਿਆ ਜੇ ਕਿਤੇ ਤੂੰ ਮਨ ਦੀ ਮਤ ਤਿਆਗ ਦੇਵੇਂ, ਆ ਬੁਰੀ ਮਤ ਨੂੰ ਛੱਡ ਦੇਵੇਂ, ਜਿਸ ਪਾਸੇ ਤੂੰ ਲੱਗਾ ਹੋਇਆ ਹੈ, ਇਸੇ ਕਰਕੇ ਤੈਨੂੰ ਦੁੱਖ ਮਿਲੇ ਨੇ। ਔਰ ਰੱਬ ਨਾਲੋਂ ਟੁੱਟ ਕੇ ਜਿਹੜੀ ਤੂੰ ਮਤ ਗ੍ਰਹਿਣ ਕੀਤੀ ਹੈ ਨਾ, ਇਹਦੇ 'ਚ ਜਿਹੜੇ ਦੁੱਖ ਮਿਲਦੇ ਉਹਨਾਂ ਦੀ ਤਾਂ ਗਿਣਤੀ ਕੋਈ ਨਹੀਂ ਹੋ ਸਕਦੀ। ਪਰ ਜੇ ਤੂੰ ਸੁੱਖ ਚਾਹੁੰਦਾ, ਸਤਿਗੁਰੂ ਸਾਹਿਬ ਜੀ ਕਹਿੰਦੇ, ਸੁੱਖ ਨਾਨਕ ਹਰ ਪਦ ਚੀਨ, ਵਾਹਿਗੁਰੂ ਜੀ ਦੇ ਚਰਨਾਂ ਨਾਲ ਸਾਂਝ ਪਾ, ਤੈਨੂੰ ਸੁੱਖ ਹੀ ਸੁੱਖ ਮਿਲੇਗਾ। ਵਾਹਿਗੁਰੂ ਜੀ ਦੇ ਚਰਨਾਂ ਨਾਲ ਸਾਂਝ ਬਣਨੀ ਹੈ ਜਦੋਂ ਅਸੀਂ ਗੁਰੂ ਕੀ ਮੱਤ ਦੀ ਰੌਸ਼ਨੀ 'ਚ ਜ਼ਿੰਦਗੀ ਬਤੀਤ ਕਰਾਂਗੇ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਪ੍ਰੇਰਣਾ ਕੀਤੀ ਹੈ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇਹ ਗੁਰਸਿੱਖ ਮਿੱਤਰੋ, ਜੋ ਗੁਰੂ ਨੇ ਚਾਲ, ਜੀਵਨ ਜਾਚ ਦਿੱਤੀ, ਉਸ ਅਨੁਸਾਰ ਜੀਓ। ਜੋ ਗੁਰੂ ਕਹਿੰਦੇ ਤੁਹਾਡੇ ਭਲੇ ਲਈ ਕਹਿੰਦਾ। ਸਤਿਗੁਰੂ ਜੀ ਕਹਿੰਦੇ, ਜਿਨ੍ਹਾਂ ਨੇ ਗੁਰੂ ਕੀ ਗੱਲ ਮੰਨੀ, ਜਿਹੜੇ ਗੁਰੂ ਕੇ ਮਾਰਗ ਤੇ ਚੱਲੇ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿਲਾਲੀ। ਜਿਹੜੇ ਗੁਰੂ ਕੀ ਮੱਤ ਅਨੁਸਾਰ ਪ੍ਰਮਾਤਮਾ ਦੇ ਪਿਆਰ ਜੁੜੇ, ਉਹ ਤੇ ਰੱਬ ਹੀ ਬਣ ਗਏ। ਹੁਣ ਜਿਹੜੇ ਰੱਬ ਬਣ ਗਏ, ਉਹਨਾਂ ਨੂੰ ਦੁੱਖ ਕਿੱਥੋਂ ਆਏਗਾ? ਦੁੱਖ ਤਦੇ ਜਾਂ ਵਿਸਰ ਜਾਵੇ। ਦੁੱਖ ਤੇ ਉਹਨਾਂ ਚਿਰ ਸੀ ਜਿੰਨਾ ਚ ਅਸੀਂ ਰੱਬ ਨੂੰ ਹੀ ਭੁਲਾ ਦਿੱਤਾ ਹੈ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ। ਰੱਬ ਨਾਲੋਂ ਟੁੱਟ ਜਾਣ ਕਰਕੇ ਹੀ ਸਾਡੇ ਪੱਲੇ ਖੱਜਲ ਖੁਆਰੀ ਪੈਂਦੀ ਹੈ। ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ, ਹਰ ਬਿਸਰਤ ਸਭ ਕਾ ਮੁਹਤਾਜ। ਜਦੋਂ ਬੰਦਾ ਰੱਬ ਨੂੰ ਭੁਲਾ ਦਿੰਦਾ, ਫਿਰ ਧਿਰ ਦਾ ਉਹ ਮੁਹਤਾਜ ਬਣ ਕੇ ਰਹਿ ਜਾਂਦਾ। ਹਰ ਕਿਸੇ ਦੇ ਅਧੀਨ ਹੋ ਕੇ ਉਹਨੂੰ ਚੱਲਣਾ ਪੈਂਦਾ। ਜਦੋਂ ਉਹ ਗੁਰੂ ਕੀ ਮੱਤ ਦੇ ਰਾਹੀਂ ਪ੍ਰਮਾਤਮਾ ਦੇ ਪਿਆਰ ਜੁੜਦਾ ਹੈ, ਆਪਣੇ ਸਰੂਪ ਨੂੰ, ਆਪਣੀ ਅਸਲੀ ਹਸਤੀ ਨੂੰ ਸਮਝਦਾ ਹੈ, ਉਹਦੇ ਅੰਦਰ ਸਵੈਮਾਨ ਪੈਦਾ ਹੁੰਦਾ। ਉਹ ਪ੍ਰਮਾਤਮਾ ਦੇ ਆਸਰੇ ਤੇ ਚੱਲ ਕੇ ਇਹ ਗੱਲ ਕਹਿੰਦਾ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁੱਛਣ ਦਾ। ਜਦੋਂ ਪ੍ਰਮਾਤਮਾ ਜੀ ਤੁਸੀਂ ਮੇਰੇ ਵੱਲ, ਤੇ ਮੈਨੂੰ ਕਿਸੇ ਦੀ ਮੁਤਾਜਗੀ ਦੀ ਕੀ ਲੋੜ ਹੈ? ਇਹ ਜ਼ਿੰਦਗੀ ਰੱਬ ਦੀ ਦਿੱਤੀ, ਰੋਟੀ ਪਾਣੀ ਰੱਬ ਨੇ ਦੇਣਾ ਹੈ, ਪਾਲਣਾ ਸਾਡੀ ਰੱਬ ਨੇ ਕਰਨੀ ਹੈ, ਜੀਵਨ ਮੌਤ ਰੱਬ ਦੇ ਹੱਥ ਵਿੱਚ ਹੈ। ਐਵੇਂ ਕਿਸੇ ਅੱਗੇ ਹੱਥ ਜੋੜ ਕੇ ਖੜੇ ਰਹੀਏ ਤਾਂ ਕਿਆ ਮੁੱਛਣ ਦਾ? ਫਿਰ ਕਿਸੇ ਮੁਤਾਜਗੀ ਦੀ ਲੋੜ ਨਹੀਂ ਹੈ। ਸਤਿਗੁਰੂ ਜੀ ਨੇ ਸਾਡੇ ਇਸ ਮਨ ਦੀ ਗੱਲ ਕਰਕੇ, ਕਿ ਮਨ ਨੇ ਔਗਣ ਵਾਲੀ ਮਤ ਗ੍ਰਹਿਣ ਕਰ ਲਈ ਹੈ, ਇਸ ਕਰਕੇ ਦੁਖੀ ਹੈ, ਕਦੀ ਰੱਬ ਨੂੰ ਚੇਤੇ ਨਹੀਂ ਕਰਦਾ, ਖਾ ਪੀ ਕੇ ਮੌਜ ਮੇਲੇ ਮਾਣ ਕੇ ਬੜਾ ਖੁਸ਼ ਰਹਿੰਦਾ, ਪਰ ਰੱਬ ਵਾਲੇ ਨਾਂ ਤੇ ਬੜਾ ਸੁਸਤ ਹੋ ਜਾਂਦਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ, ਇਸ ਕਰਕੇ ਤੈਨੂੰ ਕਿੰਨੇ ਦੁੱਖ ਮਿਲੇ ਤੇ ਗਿਣੇ ਨਹੀਂ ਜਾ ਸਕਦੇ। ਪਰ ਜੇ ਤੂੰ ਸੁੱਖ ਚਾਹੁੰਦਾ, ਸੁੱਖ ਨਾਨਕ ਹਰ ਪਾਚੀਨ, ਵਾਹਿਗੁਰੂ ਜੀ ਦੇ ਚਰਨਾਂ ਨਾਲ ਸਾਂਝ ਪਾ, ਤੈਨੂੰ ਸੁੱਖ ਮਿਲੇਗਾ। ਸਤਿਗੁਰੂ ਜੀ ਕਿਰਪਾ ਕਰਨ, ਇਹ ਬਚਨ ਸਾਡੇ ਹਿਰਦੇ 'ਚ ਵਸਣ। ਭੁੱਲ ਚੁੱਕ ਦੀ ਖਿਮਾ ਕਰਨੀ ਜੀ। ਸਤਿਗੁਰੂ ਜੀ ਸਮੂਹ ਸੰਗਤਾਂ ਨੂੰ ਆਪਣੇ ਦਰੋਂ ਘਰੋਂ ਨਾਮ ਬਾਣੀ ਦਾ ਪਿਆਰ ਬਖਸ਼ ਕੇ ਕਿਰਤਾਰਥ ਕਰਨ। ਪਿਆਰ ਸਿਰ ਸਾਰੇ ਹੀ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।